NIT ਦੇ ਵਿਦਿਆਰਥੀ ਇੱਥੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਆ, ਲੋੜਵੰਦ ਬੱਚਿਆਂ ਨੂੰ ਪੜ੍ਹਾਉਂਦੇ ਆ, ਉਹ ਬੱਚੇ ਜਿਨ੍ਹਾਂ ਨੇ ਅੱਗੇ ਜਾ ਕੇ ਸਾਡਾ ਭਵਿੱਖ ਬਣਨਾ। ਸਾਰਿਆਂ ਨੂੰ ਵਧੀਆ ਲੱਗਦਾ ਜੀ? ਠੀਕ ਪੜ੍ਹਾਉਂਦੇ ਆ? ਰੋਜ਼ ਆਇਆ ਕਰੋਗੇ? ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹਨਾਂ ਨੇ ਮੰਦਿਰ ਦਾ ਇਹ ਸਾਰਾ ਥਾਂ ਇਹਨਾਂ ਬੱਚਿਆਂ ਦੇ ਸਪੁਰਦ ਕੀਤਾ ਹੋਇਆ ਕਿ ਭਾਈ ਸਵੇਰੇ ਸ਼ਾਮ ਭਜਨ ਬੰਦਗੀ ਹੋਏਗੀ ਤੇ ਉਹਦੇ ਤੋਂ ਪਹਿਲਾਂ ਤੁਸੀਂ ਦਿਨ ਵੇਲੇ ਇਸ ਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਿਹੜਾ ਉਹਦੀ ਯੋਗ ਵਰਤੋਂ ਕਰ ਸਕਦੇ ਆ। ਜਿਹੜੇ ਇਹ ਬੱਚੇ ਆ, ਮੈਂ ਤੇ ਕਈ ਵਾਰੀ ਇਹਨਾਂ ਬੱਚਿਆਂ ਨੂੰ ਸਲੂਟ ਕਰਦਾ। JANUARY जनवरी। 2 बच्चे हैं वो यहाँ से पढ़ के हमारे NIT में एडमिशन ले चुके हैं। NIT में एडमिशन ले? हाँ। यहाँ 1-2 घंटे देने से आपकी पढ़ाई में कोई विघ्न तो नहीं आता? सर इतना हम घूमते हैं तो अगर हम कुछ समय यहाँ दे देंगे तो मेरे को नहीं लगता उसमें कुछ ऐतराज है। तो आप वो सारी चीजें छोड़ के इन बच्चों को पढ़ाने आ रहे हैं, ये उल्टी गंगा कैसे बहने लगी? स्कूल हमारा मंदिर है, टीचर हमारे गुरु है, पढ़ना हमारा काम है, अंकित मेरा नाम है। ਸਾਰੇ ਕਲੱਬ ਛੱਡਦੇ ਸਿਰਫ ਪ੍ਰयास ਇੱਕ ਇਹੋ ਜਿਹਾ ਕਲੱਬ ਹੈ ਕਿ ਇੱਥੇ ਆ ਕੇ ਜ਼ਿਆਦਾ ਅੱਛਾ ਫੀਲ ਹੁੰਦਾ ਹੈ ਔਰ ਬੱਚਿਆਂ ਨਾਲ ਇੰਟਰੈਕਸ਼ਨ ਕਰਕੇ बहुत अच्छा लगता है। रोज आते हो? हाँ। क्या पढ़ते हो यहाँ पर? ABCD सब। इनके साथ इतना घुल मिल जाते हैं कि वहाँ अभी एक 2 दिन बीच में ऑफ कर देते हैं ना, तो ये लगता है कि बच्चों के साथ कब जाएंगे वापस। मैथ में ये बच्चे अच्छे हो गए ना तो कहीं ना कहीं पहुँच जाएंगे, जैसे आप NIT में पहुँच गए हो। ਸਾਡੀ ਡਿਵੈਲਪਮੈਂਟ ਹੋ ਰਹੀ ਹੈ ਤਾਂ ਹੀ ਅਸੀਂ ਆ ਰਹੇ ਹਾਂ। ਪਹਿਲੀ ਗੱਲ ਤੇ ਕਿ ਸਾਨੂੰ ਇੱਕ ਤਾਂ ਪਹਿਲੀ ਗੱਲ ਪੇਸ਼ੈਂਸ ਵੱਧ ਰਹੀ ਹੈ ਔਰ ਮਲਟੀਟਾਸਕਿੰਗ ਆ ਰਹੀ ਹੈ ਕਿ ਇੱਕ ਟਾਈਮ ਤੇ ਜ਼ਿਆਦਾ ਬੱਚਿਆਂ ਨੂੰ ਧਿਆਨ ਦੇ ਰਹੇ ਹਾਂ ਅਸੀਂ। ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ ਟੀਵੀ ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, LG, roku, Apple TV ਜਾਂ ਹੋਰ ਕੋਈ ਵੀ ਸਮਾਰਟ ਟੀਵੀ ਹੈ ਤਾਂ ਪ੍ਰਾਈਮ ਏਸ਼ੀਆ ਟੀਵੀ ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ ਟੀਵੀ ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ ਟੀਵੀਜ਼ ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਇਸ ਵੇਲੇ ਮੈਂ ਜਲੰਧਰ ਦੇ ਵਿੱਚ ਹਾਂ। ਜਲੰਧਰ ਦੇ ਵਿੱਚ ਸ਼ਹੀਦ ਭਗਤ ਸਿੰਘ ਕਲੋਨੀ ਤੇ ਉਸ ਸ਼ਹੀਦ ਭਗਤ ਸਿੰਘ ਕਲੋਨੀ ਦਾ ਆਰੀਆ ਸਮਾਜ ਮੰਦਿਰ। ਤੇ ਜੇ ਤੁਸੀਂ ਦੇਖੋਗੇ ਤਾਂ ਇਸ ਵੇਲੇ ਛੋਟੇ ਬੱਚੇ ਬੈਠੇ ਹੋਏ ਨੇ। ਮੇਰੇ ਕੋਲ ਦੀ ਵੀ ਛੋਟੇ ਬੱਚੇ ਗੁਜ਼ਰਨਗੇ, ਉਹਨਾਂ ਨੂੰ ਲੈ ਕੇ ਆ ਰਹੇ ਨੇ ਬਹੁਤ ਸਾਰਾ ਸਾਡਾ ਸਰਮਾਇਆ ਜਿਹੜਾ ਦੇਸ਼ ਦਾ, ਜਾਣੀ ਕਿ ਸਾਡੀ ਨੌਜਵਾਨ ਪੀੜ੍ਹੀ। ਤੇ ਮੈਂ ਇਸ ਮੰਦਿਰ ਦੇ ਵਿੱਚ ਇਸ ਕਰਕੇ ਆਇਆ ਕਿਉਂਕਿ NIT ਦੇ ਵਿਦਿਆਰਥੀ ਇੱਥੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਆ, ਲੋੜਵੰਦ ਬੱਚਿਆਂ ਨੂੰ ਪੜ੍ਹਾਉਂਦੇ ਆ, ਉਹ ਬੱਚੇ ਜਿਨ੍ਹਾਂ ਨੇ ਅੱਗੇ ਜਾ ਕੇ ਸਾਡਾ ਭਵਿੱਖ ਬਣਨਾ। ਸੋ ਕਿਸੇ ਧਾਰਮਿਕ ਸੰਸਥਾ ਦੇ ਵਿੱਚ, ਕਿਸੇ ਧਾਰਮਿਕ ਅਸਥਾਨ ਦੇ ਉੱਤੇ ਇਸ ਤਰੀਕੇ ਜਦੋਂ ਐਜੂਕੇਸ਼ਨ ਦਾ, ਸਿੱਖਿਆ ਦਾ ਪਸਾਰਾ ਹੁੰਦਾ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਸ਼ਾਇਦ ਆਪਣੀਆਂ ਡਿਊਟੀਆਂ ਪੂਰੀਆਂ ਨਹੀਂ ਕਰਦੀ, ਸ਼ਾਇਦ ਆਪਣੀਆਂ ਜਿਹੜੀਆਂ ਡਿਊਟੀਆਂ ਚੰਗੇ ਤਰੀਕੇ ਨਿਭਾਉਂਦੀ ਨਹੀਂ, ਪਰ ਤੁਹਾਨੂੰ ਅੱਜ ਇਸ ਆਰੀਆ ਸਮਾਜ ਮੰਦਿਰ ਸ਼ਹੀਦ ਭਗਤ ਸਿੰਘ ਕਲੋਨੀ ਜਲੰਧਰ ਦੇ ਵਿੱਚ ਉਹਨਾਂ ਬੱਚਿਆਂ ਦੇ ਨਾਲ ਬੁਲਾਵਾਂਗੇ ਜਿਨ੍ਹਾਂ ਦੇ ਵਿੱਚੋਂ ਕੁਝ ਇੱਕ ਪੰਜਾਬ ਦੇ ਨੇ, ਕੁਝ ਇੱਕ ਭਾਰਤ ਦੇ ਬਾਕੀ ਸੂਬਿਆਂ ਦੇ ਨੇ। ਉਹ ਨੇੜੇ NIT ਦੇ ਵਿੱਚ ਆਪਣੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਆ, ਪਰ ਨਾਲ ਦੀ ਨਾਲ ਉਹਨਾਂ ਨੇ ਬੀੜਾ ਚੁੱਕਿਆ ਹੋਇਆ ਕਿ ਅਸੀਂ ਇਸ ਇਲਾਕੇ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ। ਰੋਜ਼ ਸ਼ਾਮ ਨੂੰ 5:30 ਤੋਂ ਲੈ ਕੇ 7 ਵਜੇ ਤੱਕ NIT ਦੇ ਬੱਚੇ ਇੱਥੇ ਆ ਕੇ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਬਿਲਕੁਲ ਮੁਫਤ ਪੜ੍ਹਾਉਂਦੇ ਨੇ। ਤੇ ਮੰਦਿਰ ਦੀ ਕਮੇਟੀ ਦੇ ਅਸੀਂ ਬਹੁਤ ਧੰਨਵਾਦੀ ਇਸ ਕਰਕੇ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹਨਾਂ ਨੇ ਮੰਦਿਰ ਦਾ ਇਹ ਸਾਰਾ ਥਾਂ ਇਹਨਾਂ ਬੱਚਿਆਂ ਦੇ ਸਪੁਰਦ ਕੀਤਾ ਹੋਇਆ ਕਿ ਭਾਈ ਸਵੇਰੇ ਸ਼ਾਮ ਭਜਨ ਬੰਦਗੀ ਹੋਏਗੀ ਤੇ ਉਹਦੇ ਤੋਂ ਪਹਿਲਾਂ ਤੁਸੀਂ ਦਿਨ ਵੇਲੇ ਇਸ ਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਿਹੜਾ ਉਹਦੀ ਯੋਗ ਵਰਤੋਂ ਕਰ ਸਕਦੇ ਆ। ਪੰਜਾਬ ਦੇ ਵਿੱਚ ਐਸੀਆਂ ਉਦਾਹਰਨਾਂ ਹੋਣੀਆਂ ਚਾਹੀਦੀਆਂ। ਅਸੀਂ ਸਮਾਜ ਨੂੰ ਪੇਬੈਕ ਕਰਨਾ, ਅਸੀਂ ਸਮਾਜ ਨੂੰ ਆਪਣੇ ਵੱਲੋਂ ਅਦਾਇਗੀ ਕਰਨੀ ਹੈ। ਤੇ ਅੱਜ ਪੰਜਾਬ ਭਾਰਤ ਦੀ ਉਸ ਪੀੜ੍ਹੀ, ਉਸ ਨੌਜਵਾਨੀ ਦੇ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਣੇ ਆ ਜਿਹੜੇ ਕਿ ਇਸ ਵੇਲੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਅੱਗੇ ਤੋਰਨ ਦੇ ਵਿੱਚ ਆਪਣੀ ਜਿਹੜੀ ਪੂਰੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਸੋ ਜਲੰਧਰ ਤੋਂ
ਕਰਤਾਰਪੁਰ ਜਾਣੀ ਕਿ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੀ ਸੜਕ ਦੇ ਉੱਤੇ NIT ਇੰਸਟੀਚਿਊਸ਼ਨ ਹੈ ਤੇ ਉਸ ਦੇ ਵਿੱਚ ਇਹ ਸਾਰੇ ਬੱਚੇ ਜਿਹੜੇ ਉਹ ਪੜ੍ਹਦੇ ਨੇ, ਪਰ ਨਾਲ ਦੀ ਨਾਲ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਸ਼ਾਮ ਵੇਲੇ 5:30 ਤੋਂ 7 ਵਜੇ ਤੱਕ ਰੋਜ਼ਾਨਾ 7 ਦਿਨ ਹਫ਼ਤੇ ਦੇ ਆਪਣੀਆਂ ਬਾਰੀਆਂ ਬੰਨ੍ਹ ਕੇ ਇਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ। ਤੇ ਮੈਂ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਦੇ ਨਾਲ ਜਿਹੜੀ ਉਹ ਗੱਲਬਾਤ ਕਰ ਲੈਂਦੇ ਆ, ਜਿਹੜੇ ਮੰਦਿਰ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ, ਕਿਉਂਕਿ ਆਮ ਤੌਰ ਦੇ ਉੱਤੇ ਹੁੰਦਾ ਕਿ ਧਾਰਮਿਕ ਸਥਾਨਾਂ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ ਜਾਂ ਇਦਾਂ ਦਾ ਕਦੇ ਮਨ ਦੇ ਵਿੱਚ ਹੀ ਨਹੀਂ ਆਉਂਦਾ, ਪਰ ਇੱਥੇ ਜਿਸ ਤਰੀਕੇ ਦੀ ਖੁੱਲ੍ਹ ਦਿਲੀ ਜਿਹੜੀ ਹੈ ਉਹ ਵਿਖਾਈ ਗਈ ਹੈ ਤੇ ਉਧਰਲੇ ਪਾਸੇ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਪ੍ਰਧਾਨ ਜੀ, ਮੈਂ ਗੱਲ ਕਰ ਰਿਹਾ ਸੀ ਜਦੋਂ ਪ੍ਰੋਗਰਾਮ ਦੀ ਸਟਾਰਟਿੰਗ ਕੀਤੀ ਕਿ ਧਾਰਮਿਕ ਸਥਾਨਾਂ ਦੇ ਉੱਤੇ ਜਦੋਂ ਇਸ ਤਰੀਕੇ ਦੀਆਂ ਗਤੀਵਿਧੀਆਂ ਸ਼ੁਰੂ ਹੋ ਜਾਣ ਫਿਰ ਸਮਾਜ ਉੱਨਤੀ ਕਰਦਾ, ਫਿਰ ਸਮਾਜ ਅਗਲੇ ਪਾਸੇ ਨੂੰ ਵੱਧਦਾ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਕਿੰਨੇ ਸਾਲ ਹੋ ਗਏ ਇੱਥੇ ਸ਼ਾਮ ਦਾ ਸਕੂਲ ਚੱਲਦਿਆਂ, ਸਟਾਰਟਿੰਗ ਕਿਵੇਂ ਹੋਈ ਸੀ? ਕਰੀਬ ਇਹਨੂੰ 9 ਸਾਲ ਦੇ ਕਰੀਬ ਹੋ ਗਏ ਇਸ ਗੱਲ ਨੂੰ। ਠੀਕ ਹੈ ਜੀ, ਸਟਾਰਟਿੰਗ ਹੋਈ ਕਿਵੇਂ? ਸਟਾਰਟਿੰਗ ਇਸ ਤਰ੍ਹਾਂ ਸੀਗਾ ਕਿ ਅਸੀਂ ਇੱਥੇ ਪਹਿਲੇ ਸਕੂਲ ਚਲਾਉਂਦੇ ਸੀ। ਜੀ, ਅਸੀਂ ਕੱਲ ਜਦੋਂ ਸਕੂਲ ਚੱਲਦਾ ਸੀ ਤਾਂ ਅਸੀਂ ਦੇਖਦੇ ਸੀ ਜਿਹੜੇ ਵਿਚਾਰੇ ਝੁੱਗੀ ਝੋਪੜੀਆਂ ਵਾਲੇ ਬੱਚੇ, ਜਿਨ੍ਹਾਂ ਪਰਿਵਾਰਾਂ ਦੇ ਬੱਚੇ ਆ, ਉਹ ਬੱਚੇ ਉਹ ਜੋ ਸਾਡੀ ਫੈਕਟਰੀਆਂ 'ਚ ਜਾਂ ਕੋਈ ਰਕਸ਼ਾ ਚਲਾਉਣ ਵਾਲਾ, ਕੋਈ ਲੇਬਰ ਦਾ ਕੰਮ ਕਰਨ ਵਾਲਾ, ਸਾਡੇ ਪਰਿਵਾਰਾਂ 'ਚ ਕੋਈ ਕੰਮ ਬਰਤਨ ਸਾਫ਼ ਕਰਦੀਆਂ ਔਰਤਾਂ, ਉਹਨਾਂ ਦੇ ਬੱਚੇ ਨੇ ਜਿਹੜੇ ਪ੍ਰਵਾਸੀ ਨੇ ਸਾਰੇ ਹੀ। ਇਹ ਜਦੋਂ ਆਪਣਾ ਪੜ੍ਹਨ ਆਉਂਦੇ ਸੀਗੇ ਤੇ ਪੜ੍ਹਨ ਤੋਂ ਬਾਅਦ ਸਾਰੇ ਇੱਧਰ ਉੱਧਰ ਘੁੰਮਦੇ ਰਹਿੰਦੇ ਸੀ। ਇਹਨਾਂ ਨੂੰ ਅਸੀਂ ਸੋਚਦੇ ਸੀ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪੋਤਿਆਂ ਨੂੰ ਅਸੀਂ ਜਿੱਦਾਂ ਟਿਊਸ਼ਨ ਪੜ੍ਹਾਉਣ ਜਾਂਦੇ ਆ, ਅਸੀਂ ਕਿਉਂ ਨਾ ਇੱਦਾਂ ਦਾ ਉਪਰਾਲਾ ਕੀਤੇ, ਇਹਨਾਂ ਦਾ ਭਵਿੱਖ ਕਿੱਦਾਂ ਬਣੇਗਾ? ਨਹੀਂ ਤੇ ਇਹਨਾਂ ਦਾ ਕੋਈ ਫਾਇਦਾ ਨਹੀਂ ਪੜ੍ਹਨ ਦਾ, ਪੜ੍ਹਾਈ ਦਾ, ਕਿਉਂਕਿ ਬੱਚੇ ਆਪਣੇ ਵੱਲੋਂ ਮਾਂ-ਬਾਪ ਚਲੋ ਜੇ ਅਸੀਂ ਕੰਮ ਤੇ ਚਲੇ ਗਏ, ਬੱਚਿਆਂ ਨੂੰ ਸਕੂਲਾਂ 'ਚ ਭੇਜ ਦਿੱਤਾ, ਆਉਣ ਤੋਂ ਬਾਅਦ ਇੱਧਰ ਉੱਧਰ ਘੁੰਮਦੇ ਰਹਿੰਦੇ ਸੀ, ਇਹਨਾਂ ਦੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਸੀ। ਅਸੀਂ ਉਸ ਵੇਲੇ ਸੋਚਿਆ, ਵਿਚਾਰ ਕੀਤਾ, ਪਹਿਲੇ ਸੋਚਿਆ 5-7 ਬੱਚੇ ਸਾਨੂੰ ਮਿਲੇ, ਸ਼ੁਰੂਆਤ ਕੀਤਾ, ਲੇਕਿਨ ਉਸ ਦੇ ਦੌਰਾਨ ਹੀ ਸਾਨੂੰ ਜਿਹੜੀ ਪ੍ਰਯਾਸ ਨਾਮਕ ਜਿਹੜੇ ਸੰਸਥਾ ਇੱਕ ਬਣੀ ਹੋਈ ਸੀ, ਜਿਹੜੇ NIT ਦੇ ਸਕੂਲ ਦੇ ਬੱਚੇ ਜਿਹੜੇ ਛਾਤਰ ਹੈ, ਜਿਹੜੇ ਉਹਨਾਂ ਦੇ ਸਟੂਡੈਂਟਸ ਨੇ, ਉਹਨਾਂ ਨੇ ਵਿਚਾਰ ਕੀਤਾ। ਉਹ ਪੜ੍ਹਾਉਂਦੇ ਸੀ ਉਹ ਵੀ ਸਾਈਡਾਂ 'ਤੇ ਜਾ ਕੇ, ਲੇਕਿਨ ਲੋਕੀ ਡਰਦੇ ਉਹਨਾਂ ਕੋਲ ਬੱਚੇ ਨਹੀਂ ਭੇਜਦੇ ਸੀ। ਬਿਲਕੁਲ ਠੀਕ ਹੈ, ਕਿਉਂਕਿ ਉਹਦਾ ਲੋਕਲ ਉਸ ਇਲਾਕੇ ਦਾ ਨੁਮਾਇੰਦਾ ਕੋਈ ਹੋਵੇ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਬੱਚੇ ਭੇਜ ਦਿੰਦੇ। ਉਸ ਦਾ ਪਰਿਣਾਮ ਨਿਕਲਿਆ ਸੀ 8-10 ਬੱਚਿਆਂ ਤੋਂ 20 ਬੱਚਿਆਂ ਤੋਂ ਸ਼ੁਰੂ ਕਰਦੇ ਅੱਜ 250 ਬੱਚਾ ਸਾਡਾ ਇੱਥੇ ਸਿੱਖਿਆ ਪ੍ਰਾਪਤ ਕਰਦਾ ਪਿਆ ਇਸ ਟਾਈਮ। ਉਹ ਬੱਚੇ ਇਹਨਾਂ ਵਿੱਚੋਂ ਅੱਜ ਇੰਨੇ ਇੰਟੈਲੀਜੈਂਟ ਬੱਚੇ ਹੋ ਗਏ ਤੇ ਕਈ ਵਾਰ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋਗੇ ਹੁਣੀ ਤੇ ਉਹਨਾਂ ਵਿੱਚੋਂ ਬੱਚੇ ਤੁਹਾਨੂੰ ਇੱਦਾਂ ਲੱਗਦਾ ਹੀ ਨਹੀਂ ਇਹ ਵਿਚਾਰੇ ਉਸ ਜਿਹੜੇ ਬੱਚੇ ਪ੍ਰਵਾਸੀ ਬੱਚਿਆਂ ਦੇ ਬੱਚੇ ਨੇ, ਔਰ ਇਹਨਾਂ ਨੂੰ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ। ਆਪਣਾ ਇਹਨਾਂ ਦੇ ਕਿੱਦਾਂ ਇਹਨਾਂ ਦਾ ਵਿਕਾਸ ਕਿੱਦਾਂ ਹੋ ਸਕਦਾ ਉਹਦੇ ਬਾਰੇ ਚਰਚਾ ਕਰਦੇ ਹਾਂ। ਇਹਨਾਂ ਨੂੰ ਰਾਸ਼ਟਰ ਪ੍ਰਤੀ ਭਾਵਨਾ ਜਗਾਈ ਜਾਂਦੀ, ਦੱਸਿਆ ਜਾਂਦਾ। ਅਸੀਂ ਇੱਥੇ ਹਰ ਕਾਰਜਕ੍ਰਮ ਕਰਦੇ ਹਾਂ, ਜਿੱਦਾਂ 15 ਅਗਸਤ ਮਨਾਉਣੀ, ਉਸ ਤੋਂ ਬਾਅਦ 26 ਜਨਵਰੀ ਮਨਾਉਣੀ ਹੈ, ਜਾਂ ਫਿਰ ਇਸ ਤਰ੍ਹਾਂ ਧਾਰਮਿਕ ਪ੍ਰੋਗਰਾਮ, ਕਦੇ ਹੋਲੀ ਦਾ ਤਿਉਹਾਰ ਆ ਗਿਆ, ਜਿੰਨੇ ਵੀ ਤਿਉਹਾਰ ਅਸੀਂ ਇੱਥੋਂ ਉਹਨਾਂ ਨਾਲ ਬੱਚਿਆਂ ਨਾਲ ਬੜੇ ਅੱਛੇ ਤਰੀਕੇ ਨਾਲ ਮਨਾਉਂਦੇ ਹਾਂ। ਫਿਰ ਅਸੀਂ ਉਹਨਾਂ ਘਰ ਹੋਰ ਜਿਹੜੇ ਤਰੀਕੇ ਹੋਰ ਵੀ ਚੀਜ਼ ਕੀ ਹੈ, ਬੱਚਿਆਂ ਨੂੰ ਸਾਡੀ ਕੁਝ ਸੰਸਥਾਵਾਂ ਤੋਂ ਲੋਕ ਆਉਂਦੇ ਨੇ, ਜਿੱਦਾਂ ਸਾਡੀ ਆਰੀਆ ਪ੍ਰਤੀਨਿਧ ਸਭਾ ਪੰਜਾਬ ਦੇ ਪ੍ਰਧਾਨ ਜਿਹੜੇ ਕਿ ਬਹੁਤ ਵੱਡੇ ਇੰਡਸਟਰੀਲਿਸਟ ਨੇ, ਸੁਦਰਸ਼ਨ ਸ਼ਰਮਾ ਜੀ, ਉਹਨਾਂ ਦਾ ਸਾਡੇ 'ਤੇ ਬਹੁਤ ਉਹਨਾਂ ਦਾ ਬੜਾ ਸਹਿਯੋਗ ਰਹਿੰਦਾ ਹੈ। ਉਹ ਹਰ ਸਾਲ ਉਹਨਾਂ ਨੇ ਘੱਟੋ ਘੱਟ 1-2 ਵਾਰੀ 3 ਵਾਰੀ ਆ ਕੇ ਬੱਚਿਆਂ ਨੂੰ, ਜਿੱਦਾਂ ਸਰਦੀਆਂ ਆ ਗਈਆਂ, ਪਿਛਲੇ ਹਫ਼ਤੇ ਦੀ ਗੱਲ ਹੈ, 15-20 ਦਿਨ ਪਹਿਲੇ ਦੀ ਗੱਲ ਹੈ, ਉਹਨਾਂ ਨੇ ਸਵੈਟਰਾਂ ਵੰਡ ਕੇ ਗਏ ਸਾਰੇ ਬੱਚਿਆਂ ਨੂੰ, ਜਿੰਨਾ ਬੱਚੇ ਸਾਰੇ ਇਕੱਲੇ ਬੱਚੇ ਸਵੈਟਰ ਦਿੱਤੀ ਹੈ। ਫਿਰ ਇਹਨਾਂ ਦੇ ਪਰਿਵਾਰਾਂ ਨੂੰ ਕੰਬਲ ਵੰਡੀਦੇ ਆ, ਉਹਨਾਂ ਨੂੰ ਕਿਤੇ ਉਹ ਵੀ ਦਿੱਕਤ ਨਾ ਆਵੇ। ਪ੍ਰਧਾਨ ਜੀ, ਮੈਨੂੰ ਇੱਕ ਚੀਜ਼ ਇੱਥੇ ਜ਼ਰੂਰ ਦੱਸਿਓ ਕਿ ਆਮ ਤੌਰ ਤੇ ਕਿਹਾ ਜਾਂਦਾ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ, ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਰੇ ਹੋ ਗਈ, ਗਲਾਸ ਚੱਕ ਕੇ ਪਾਣੀ ਦਾ ਤੱਕ ਨਹੀਂ ਪੀਂਦੀ, ਮੋਬਾਈਲ ਦੇ ਵਿੱਚ ਖੁੱਭੀ ਰਹਿੰਦੀ ਹੈ। ਜੇ ਪੜ੍ਹ ਕੇ ਆਉਂਦੇ ਆ ਤਾਂ ਉਹਨਾਂ ਹੁੰਦਾ TV ਮੂਹਰੇ ਬੈਠ ਜਾਈਏ, ਪਰ ਇਹ ਜਿਹੜੇ ਦਰਜਨਾਂ ਬੱਚੇ NIT ਦੇ ਸਟੂਡੈਂਟ ਨੇ, ਇੱਥੇ ਰੋਜ਼ 2-3 ਘੰਟੇ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ, ਆਪਣਾ ਕੰਮ ਛੱਡਦੇ ਆ। ਐਂ ਲੱਗਦਾ ਕਿ ਭਾਈ ਜੇ ਇੱਦਾਂ ਦੇ ਬੱਚੇ, ਇੱਦਾਂ ਦੇ ਨੌਜਵਾਨ ਜਿਹੜੇ ਭਾਰਤ ਦੇ ਵਿੱਚ ਉਹਨਾਂ ਦੀ ਗਿਣਤੀ ਵੱਧ ਜਾਏ ਤਾਂ ਸਾਡਾ ਸਮਾਜ ਬੜੀ ਜ਼ਿਆਦਾ ਉੱਨਤੀ ਕਰ ਸਕਦਾ। ਤੁਹਾਨੂੰ ਕੀ ਲੱਗਦਾ ਜੀ? ਬਿਲਕੁਲ ਠੀਕ ਤੁਸੀਂ ਕਿਹਾ ਜੀ। ਜਿਹੜੇ ਇਹ ਬੱਚੇ ਆ, ਮੈਂ ਤਾਂ ਕਈ ਵਾਰੀ ਇਹਨਾਂ ਬੱਚਿਆਂ ਨੂੰ ਸਲੂਟ ਕਰਦਾ। ਦੇਖੋ, ਇੱਕ ਉਹ ਸੰਸਥਾਨ ਹੈ NIT, ਜਿੱਥੇ ਕਿ ਬੱਚੇ 95% ਤੋਂ ਘੱਟ ਨੰਬਰ ਉਹਨੂੰ ਇੱਥੇ ਦਾਖਲਾ ਨਹੀਂ ਮਿਲਦਾ ਇਸ ਸੰਸਥਾਨ ਦੇ ਵਿੱਚ। ਐਸੀ ਇਹਨਾਂ ਦੇ ਇੰਨੀ ਉੱਚ ਯੋਗਤਾ ਲੈ ਕੇ ਵੀ ਤੇ ਜਿਹੜਾ ਐਡੀ ਮੁਸ਼ਕਿਲ ਇੱਥੇ ਇਹਨੂੰ ਸੰਸਥਾਨ 'ਚ ਇਹਨਾਂ ਨੂੰ ਐਡਮਿਸ਼ਨ ਮਿਲਦੀ ਹੈ, ਔਰ ਆਪਣੀ ਪੜ੍ਹਾਈ ਨੂੰ ਛੱਡ ਕੇ ਜਿਹੜਾ ਜਿਸ ਤਰ੍ਹਾਂ ਇਸ ਲਾਈਨ 'ਤੇ ਜੁੜੇ ਹੋਏ ਨੇ, ਲੇਕਿਨ ਇਹਨਾਂ ਦੇ ਵਿੱਚ ਕੋਈ ਪਰਮਪਿਤਾ ਪਰਮਾਤਮਾ ਦੀ ਹੀ ਕਿਰਪਾ ਹੁੰਦੀ ਹੈ ਇਹਨਾਂ ਉੱਤੇ ਕਿ ਜਿੱਦਾਂ ਤੁਸੀਂ ਗੱਲ ਕੀਤੀ, ਮੋਬਾਈਲ 'ਤੇ ਅੱਜ ਕੱਲ੍ਹ ਯੁਵਾ ਪੀੜ੍ਹੀ ਹੈ, ਮੋਬਾਈਲ 'ਤੇ ਹੈ ਜਾਂ ਹੋਰ ਪਾਸੇ ਧਿਆਨ ਉਹਨਾਂ ਦਾ ਇੱਧਰ ਘੁੰਮਦੇ ਰਹਿਣਾ। ਲੇਕਿਨ ਸੱਚਮੁੱਚ ਇੱਦਾਂ ਦੇ ਜਿਹੜੇ ਬੱਚੇ ਆ, ਜਦੋਂ ਇਸ ਤਰ੍ਹਾਂ ਇਹ ਸੋਚ ਲੈਣ, ਵਿਚਾਰ ਕਰ ਲੈਣ
ਕਿ ਅਸੀਂ ਇਹ ਬੱਚਿਆਂ ਦਾ ਭਵਿੱਖ ਬਣਾਉਣਾ ਹੈ, ਬੱਚਿਆਂ ਨੂੰ ਆਪਣੀ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਆਪਾਂ ਕੁਝ ਆਪਣਾ ਦੇਣਾ ਹੈ, ਆਪਣਾ ਯੋਗਦਾਨ ਦੇਣਾ ਹੈ, ਉਹ ਬੜੀ ਵੱਡੀ ਅਚੀਵਮੈਂਟ ਹੈ ਸਾਡੇ ਦੇਸ਼ ਵਾਸਤੇ ਵੀ, ਇਸ ਬੱਚਿਆਂ ਵਾਸਤੇ ਵੀ, ਇਸ ਸਾਰੇ ਸ੍ਰਿਸ਼ਟੀ ਵਾਸਤੇ ਵੀ। ਠੀਕ ਹੈ ਜੀ ਪ੍ਰਧਾਨ ਜੀ, ਮੈਂ ਤੁਹਾਡੇ ਕੋਲ ਦੁਬਾਰਾ ਵੀ ਆਉਣਾ, ਮੈਂ ਥੋੜੀ ਜਿਹੀ ਗੱਲ ਬੱਚਿਆਂ ਨਾਲ ਵੀ ਕਰ ਲਵਾਂ। ਮੈਡਮ ਤੁਸੀਂ ਵੀ ਆਇਓ ਜੀ, ਕੀ ਹਾਲ ਚਾਲ ਨੇ, ਠੀਕ ਠਾਕ ਹੋ? जी बिल्कुल ठीक जी। ਠੀਕ ਹੈ ਜੀ, ਮੈਨੂੰ ਇਹ ਦੱਸਿਓ ਕਿ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਮੰਦਿਰ ਦੇ ਨਾਲ ਜੁੜਿਆ ਜਾਂ ਇਸ ਪੜ੍ਹਾਈ ਵਾਲੇ ਕੰਮ ਨਾਲ ਜੁੜਿਆ? 5 ਸਾਲ ਹੋ ਗਏ ਮੰਦਿਰ ਨਾਲ ਜੁੜੇ ਹੋਏ। 2018 ਚ ਆਉਣਾ ਸ਼ੁਰੂ ਕੀਤਾ ਤੇ ਸ਼ਾਮੀ ਆਪਾਂ ਬੱਚਿਆਂ ਦਾ ਦੇਖੀਦਾ ਤੇ ਵਾਕਈ ਦਿਲ ਖੁਸ਼ ਹੋ ਜਾਂਦਾ ਕਿ ਐਨਆਈਟੀ ਦੇ ਬੱਚੇ ਆ ਕੇ ਇੰਨੀ ਸੇਵਾ ਕਰਦੇ ਆ ਔਰ ਇਹ ਬੱਚਿਆਂ ਨੂੰ ਕਿਤੇ ਨਾ ਕਿਤੇ ਆਪਣਾ ਜਿਹੜਾ ਹੈਗਾ ਵਾ ਰਸਤਾ ਮਿਲਦਾ ਹੈ ਕਿ ਸਹੀ ਤਰੀਕੇ ਨਾਲ ਆਪਾਂ ਕਿਤੇ ਸਮਾਜ ਲਈ ਕੁਝ ਨਾ ਕੁਝ ਬਣ ਜਾਈਏ। ਕੀ ਲੱਗਦਾ ਕਿ ਇਹ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਇੱਥੇ, ਕਿਉਂਕਿ ਸਕੂਲ ਤੋਂ ਬਾਅਦ ਟਿਊਸ਼ਨ ਜ਼ਰੂਰੀ ਹੋ, ਕੰਪੀਟੀਸ਼ਨ ਹੋ ਗਿਆ, ਕਿ ਇਹਨਾਂ ਬੱਚਿਆਂ ਦੇ ਵਿੱਚੋਂ ਕੁਝ ਬੱਚੇ ਅੱਗੇ ਵਧ ਰਹੇ ਆ, ਕੋਈ ਨਵੋਦਿਆ ਸਕੂਲ ਜਾਂ ਕਿਸੇ ਹੋਰ ਪਾਸੇ? ਬਿਲਕੁਲ ਜੀ ਬਿਲਕੁਲ, ਇੱਥੇ ਹਰ ਸਾਲ ਨਵੋਦਿਆ ਦੇ ਵਿੱਚ ਕਾਫੀ ਬੱਚੇ ਨਿਕਲਦੇ ਆ। ਈਵਨ ਇੱਥੇ ਜਿਹੜੇ ਸਾਡੇ ਅੰਦਰ ਵੀ ਜਿਹੜੇ ਰੈਜ਼ੀਡੈਂਟ ਰਹਿ ਰਹੇ ਹੈਗੇ ਆ, ਮਿਸ਼ਰਾ ਜੀ ਉਹਨਾਂ ਦੀ ਬੇਟੀ ਵੀ ਨਵੋਦਿਆ ਪੜ੍ਹ ਰਹੀ ਹੈਗੀ ਹੈ ਤੇ ਨਵੋਦਿਆ ਜਾ ਰਹੇ ਆ। ਤਕਰੀਬਨ ਐਨਆਈਟੀ ਦੇ ਬੱਚੇ ਬਹੁਤ ਮਿਹਨਤ ਕਰਦੇ ਇਹਨਾਂ ਤੇ ਆ ਕੇ। ਇੱਥੇ ਨਰਸਰੀ ਤੋਂ ਲੈ ਕੇ +2 ਤੱਕ ਦੇ ਬੱਚੇ ਹੈਗੇ ਐਟ ਪ੍ਰੈਜ਼ੈਂਟ ਵੀ ਪੜ੍ਹਦੇ ਪਏ, ਹਰ ਸਬਜੈਕਟ ਦੇ ਵਿੱਚ ਤਿਆਰੀ ਕਰ ਰਹੇ ਹੈਗੇ ਆਪਣੀ। ਠੀਕ ਹੈ ਜੀ। ਸੋ ਇਸ ਵੇਲੇ ਮੰਦਿਰ ਕਮੇਟੀ ਦੇ ਹੋਰ ਮੈਂਬਰ, ਅਹੁਦੇਦਾਰ ਸਹਿਬਾਨ ਸਾਰੇ ਸਾਡੇ ਨਾਲ ਨੇ। ਅਸੀਂ ਆਪਣੇ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮੰਦਿਰ ਦਾ ਜਿਹੜਾ ਸਥਾਨ ਹੈ ਇਸ ਐਜੂਕੇਸ਼ਨ ਦੇ ਲਈ, ਜਿਹੜੀ ਉਹ ਸਿੱਖਿਆ ਦੇ ਲਈ ਦਿੱਤਾ। ਜਿਸ ਤਰੀਕੇ ਪ੍ਰਧਾਨ ਜੀ ਨੇ ਦੱਸਿਆ ਕਿ ਪਹਿਲਾਂ ਇਹ ਬੱਚੇ ਜਿਹੜੇ ਐਨਆਈਟੀ ਦੇ ਸਟੂਡੈਂਟ ਆ ਉਹ ਬਾਹਰਲੇ ਪਾਸੇ ਹੋਰ ਪਾਸੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਸੀ, ਪਰ ਜਦੋਂ ਬੱਝਵਾਂ ਥਾਂ ਮਿਲ ਗਿਆ, ਕਮਰੇ ਮਿਲ ਗਏ, ਮੰਦਿਰ ਕਮੇਟੀ ਦਾ ਜਿਹੜਾ ਉਹ ਸਹਿਯੋਗ ਮਿਲ ਗਿਆ, ਤਾਂ ਇਹਨਾਂ ਦੇ ਲਈ ਉਹ ਸਾਰੀਆਂ ਚੀਜ਼ਾਂ ਆਸਾਨ ਹੋ ਗਈਆਂ। ਆਪਾਂ ਕਮੇਟੀ ਦੇ ਬਾਕੀ ਮੈਂਬਰਾਂ ਦੇ ਕੋਲ ਵੀ ਆਵਾਂਗੇ, ਪਰ ਪਹਿਲਾਂ ਜਿਹੜੇ ਬੱਚੇ ਪੜ੍ਹਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਉਹ ਵਾਪਸ ਇਧਰਲੇ ਪਾਸੇ ਆਉਣੇ ਆ। ਕੀ ਹਾਲ ਹੈ ਜੀ, ਠੀਕ ਹੋ? ਕੀ ਨਾਮ ਤੁਹਾਡਾ? शोभा। शोभा, कौन सी कक्षा में पढ़ते हो? पता नहीं। पता नहीं। अच्छा, रोज आते हो यहाँ पे? अच्छा पढ़ाते हैं? हाँ। अच्छा पढ़ाते हैं। आपका क्या नाम है? गगन। गगन। हाँ। रोज आते हो? हाँ। क्या पढ़ते हो यहाँ पर? ABCD सब। सब पढ़ते हो। पापा क्या करते हैं? पापा काम करते हैं। अच्छा, सुबह जाते हैं, शाम को आते हैं, मजदूरी करते हैं? हाँ। ठीक है जी। मम्मी क्या करते हैं? मम्मी भी मजदूरी करती है। ठीक है। अच्छा लगता है यहाँ पर आके पढ़ना? हाँ। ठीक है जी, गुड गुड। ठीक है जी। क्या नाम है जी आपका? पिंकी। पिंकी। पिंकी, आ रहे हो यहाँ पढ़ने? हाँ, रोज आते हैं। रोज आते हो? हाँ। अच्छा, क्या पढ़ते हो यहाँ पर फिर? ABCD। ABCD, ठीक है। अच्छा लगता है? ठीक है। कौन पढ़ाते हैं आपको? दीदी भैया। दीदी और भैया दोनों पढ़ाते हैं? हाँ। ठीक है। दीदी अच्छा पढ़ाते हैं कि भैया अच्छा पढ़ाते हैं? दीदी और भैया अच्छा पढ़ाते हैं अच्छा दोनों। पढ़ाते हैं? हाँ। ठीक है। पापा क्या करते हैं? मजदूरी करते हैं। ठीक। मम्मी? मम्मी वैसे करती है। ठीक है जी, चलो ठीक है, गुड। पुत की नाम है ਤੁਹਾਡਾ? सुहानी। सुहानी। कौन सी कक्षा में पढ़ते हो? मुझे नहीं याद नहीं है। नहीं है। ठीक है। क्या पढ़ते हो यहाँ पर? ABCD। ABCD पढ़ते हो? ठीक है। पापा क्या करते हैं? वो वसुंधरा का काम करती। अच्छा, मम्मी भी काम करते हैं? ठीक है जी। क्या खाया था आज सुबह? रोटी खाई थी? कौन सी दाल? नहीं याद है? ठीक है, कोई बात नहीं। हाँ जी पुत, की हाल चाल है, ठीक हो? की नाम है ਤੁਹਾਡਾ? धीरज। धीरज, रोज आते हो पढ़ने? ठीक है जी। कौन पढ़ाता है आपको? नरेंद्र भैया। कहाँ खड़े हैं यहाँ पे? नरेंद्र भैया जी आइए। क्या हाल है जी? ठीक है जी। आप कहाँ के रहने वाले हो? सर मैं राजस्थान चूरू डिस्ट्रिक्ट से। चूरू डिस्ट्रिक्ट से हो? ठीक है जी। आप खुद क्या पढ़ते हो? सर मैं इंस्ट्रूमेंटेशन में बीटेक कर रहा हूँ और अभी फाइनल ईयर में हूँ। हाँ जी। ठीक है जी। तो आपकी जो प्रयास संस्था आपने एनआईटी में बनाई हुई है, उस संस्था से जब शुरू हुई संस्था, जब आप जुड़े, तो मिशन क्या है उसका? क्योंकि आप पहले अपना पढ़ते हो, बड़ी मुश्किल से एडमिशन मिलता है, उसके बाद गोल होते हैं कि अच्छे नंबर लेने हैं, फिर कहीं जाके नौकरी लेनी है, उसके बीच आप 1.5-2 घंटे रोज़ जहाँ बच्चों को देते हो, तो मिशन क्या है, मन में क्या जज्बा है? सर मन में यही है कि लाइक इन बच्चों को देख के हमें भी इंस्पिरेशन मिलती है कुछ अच्छा करने के लिए, और हमें भी लगता है कि लाइक ये भी ना देश के लिए सेवा है। ठीक है। तो हमें भी अपने बिजी शेड्यूल से कुछ ऐसा टाइम देना चाहिए। हाँ, दूसरा मेरा ये मानना है कि हम भी अभी यहाँ जहाँ पहुँचे हैं तो हमें भी मतलब हम फॉर्चुनेट हैं, तो हमें भी उनकी हेल्प करनी चाहिए जिनको जो अनफॉर्चुनेट है लाइफ में कुछ गेट करने के लिए। हाँ, तो एक तरीके से ना गिव बैक टू सोसाइटी, वो हमारी एक रिस्पॉन्सिबिलिटी भी है, तो हमें वो ज़रूर करना चाहिए। तो इसी मोटिवेशन के साथ हम करते हैं। एक बात और बताइए, इन बच्चों को पढ़ाना थोड़ा मुश्किल होता होगा ना, कि बच्चे हैं छोटे छोटे, सारा दिन खेलते हैं, मम्मी पापा दोनों काम पे जाते हैं, तो डिसिप्लिन थोड़ा सा कम होता है, अनुशासन, तो काबू आ जाते हैं?
थोड़ा सा चैलेंजिंग होता है, बट वॉलंटियर्स इतने मतलब डेडिकेटेड होते हैं तो मैनेज कर लेते हैं। और बच्चे मतलब बच्चों से है ना, उनके साथ इंटरेक्ट करके उनको हैंडल करते हैं। लाइक हम बच्चों के जैसा बनते हैं, और बच्चे यदि शरारत करते हैं तो हम शरारत के साथ थोड़ा इन्वॉल्व होकर बच्चों को अच्छी चीज़ें सिखा देते हैं। हाँ, वो चीज़ है। और हमने काफ़ी क्रिएटिव आइडियाज़ भी मतलब प्रयास में इम्प्लीमेंट किए हैं, जिससे मतलब बच्चे इंगेज होते हैं। जैसे कि बच्चे चुप नहीं होते तो हम बोलते हैं भैया जी, तो बच्चे वापस रिपीट करते हैं हाँ जी, तो सबका ध्यान एक जगह आ जाता है। हाँ, फिर हम अपनी कम्युनिकेशन कर सकते हैं छोटे बच्चों के साथ। बच्चे इंटेलिजेंट हैं, अगर बच्चों को अच्छा माहौल मिले, अच्छी शिक्षा मिले, अच्छी किताबें मिलें, तो ये बच्चे आगे जाते क्षमता रखते हैं इतनी। हाँ जी सर, और इसका उदाहरण भी है। लाइक प्रयास में अभी तक है ना, जब से स्टार्ट हुआ है कुल मिला के 10 बच्चे नवोदय में पहुंच गए हैं। और नवोदय विद्यालय जो गवर्नमेंट के थ्रू होता है, वो फ्री ऑफ कॉस्ट एजुकेशन मिलती है उसे 12th क्लास तक। हाँ, उसके अलावा 2 बच्चे हैं वो यहाँ से पढ़ के हमारे NIT में एडमिशन ले चुके हैं। हाँ, और अभी कल की बात है, एक बच्चा है जो कि स्कॉलरशिप के लिए सिलेक्ट हुआ है, दक्षिणा स्कॉलरशिप, जो उसे IIT की प्रिपरेशन देगी। हाँ, तो वो स्कॉलरशिप एग्जाम प्रयास की प्रिपरेशन की हेल्प से उसे दिलवाया गया, और अब उसका रिजल्ट ऐसा है कि वो 3 महीने वहाँ पढ़ेगा अच्छे से। और होप है कि वो IIT भी क्लियर करेगा। क्या बात है, शुक्रिया जी, बहुत मेहरबानी, थैंक यू। सर तुसी भी आओ जी, क्या हाल चाल है जी? क्या नाम है आपका? ओम प्रकाश। अच्छा ओम प्रकाश जी, आप कहाँ से हो? राजस्थान से। राजस्थान से हो? NIT में क्या पढ़ते हो आप? मैं केमिकल इंजीनियर हूँ, केमिकल के बारे में। ठीक है जी, कौन सा ईयर है आपका? 2nd ईयर है। 2nd ईयर है। कितने महीने हो गए आपको इस प्रयास संस्था से जुड़े हुए? मेरे को सर 6 से 7 महीने हो गए। ठीक है जी, तो बहुत से बच्चे होंगे वहाँ पर NIT में। टीवी देख लो, मोबाइल पे ऐसे वैसे कुछ कर लो, आप चंद लोग हो, चंद हीरे हो जो यहाँ पर आते हो। तो कभी कभी मन नहीं करता कि वहीं बैठते हैं, क्या जाना है वहाँ पर जाके? बच्चे होते हैं, हो सकता है कुछ कीचड़ भी किसी के पाँव को लगा हो, तो क्या मन में जज्बा क्या होता है उस वक्त? सर जज्बा यही है कि जब हम बच्चों के साथ इंटरेक्ट करते हैं ना, तो वो हमको खींच के यहाँ लेके आ जाता है। ठीक है जी। तो हम जैसे कि हम इन बच्चों से मिलते हैं, इनके साथ इतना घुल मिल जाते हैं कि वहाँ अभी एक 2 दिन बीच में ऑफ वर्क कर देते हैं ना, तो ये लगता है कि बच्चों के साथ कब जाएंगे वापस। हाँ। तनख्वाह कितनी मिलती है इस काम की? सर कुछ नहीं है सर, हम अपने आप मतलब संभाल लेते हैं। लो जी, ਇਹ ਗੱਲ ਜਿਹੜੀ ਆ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਜਿਹੜੇ ਸੱਜਣ ਦੇ ਨਾਲ ਗੱਲ ਹੋਈ, ਇਹਨਾਂ ਦੇ ਨਾਲ ਇਹ ਬਿਲਕੁਲ ਫ੍ਰੀ ਪੜਾਉਣ ਆਉਂਦੇ ਆ, ਕਿਰਾਇਆ ਪੱਲਿਓਂ ਖਰਚ ਕੇ ਆਉਂਦੇ ਆ, ਕਿਉਂਕਿ ਇਹਨਾਂ ਦਾ ਜਿਹੜਾ ਵਿਦਿਅਕ ਸੰਸਥਾ ਜਿਹੜੀ ਆ ਇਹਨਾਂ ਦੀ ਦੂਰ ਹੈ ਥੋੜੀ, ਉੱਥੋਂ ਆਟੋ ਕਿਰਾਏ ਤੇ ਕਰਦੇ ਆ, ਇੱਥੇ ਆਉਂਦੇ ਆ, 200-300 ਰੁਪਈਆ ਉਹਦੇ ਤੇ ਲਾਉਂਦੇ ਆ, ਫਿਰ 2-3 ਘੰਟੇ ਇਹਨਾਂ ਬੱਚਿਆਂ ਤੇ ਲਾਉਂਦੇ ਆ, ਕਿਉਂਕਿ ਇਹਨਾਂ ਬੱਚਿਆਂ ਦੀ ਆਸ ਇਹ ਨੌਜਵਾਨ ਨੇ। ਸੋ ਅਸੀਂ ਉਮੀਦ ਕਰਦੇ ਹਾਂ ਇਹ ਦੂਸਰੇ ਸੂਬੇ ਤੋਂ ਆ ਕੇ ਸਾਡੇ ਸੂਬੇ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਇਹ ਸੂਬਿਆਂ 'ਚ ਨਹੀਂ ਬਣ ਰਹੇ, ਇਹਨਾਂ ਨੂੰ ਮਨੁੱਖਤਾ ਲੱਗਦੀ ਹੈ। ਸੋ ਅਸੀਂ ਵੀ ਆਪਣਾ ਜਿਹੜਾ ਥੋੜਾ ਬਹੁਤ ਯੋਗਦਾਨ ਉਧਰਲੇ ਪਾਸੇ ਪਾਈਏ। ਤੇ ਮੈਂ ਇੱਧਰ ਵੀ ਆਉਣਾ। ਸਤਿ ਸ਼੍ਰੀ ਅਕਾਲ जी, क्या हाल चाल है जी? बढ़िया बढ़िया। क्या नाम है आपका? प्रेरणा जायसवाल। कहाँ से हो आप? लखनऊ यूपी से हूँ मैं। यूपी से हो आप, ठीक है जी। कितने साल हो गए यहाँ पर पढ़ते? यहाँ पे पढ़ते हुए तो मतलब 2 इयर्स हो गए हैं NIT में, लेकिन पढ़ाते हुए मैं 6 महीने ऑलमोस्ट हुए हैं। अच्छा, पहले तो आप ये बताइए, आप यूपी से हो, पंजाब आए हो पढ़ने, पंजाब के लोग ठीक हैं, अच्छे हैं, माहौल कैसा है? बहुत स्वीट है सर, पंजाब के लोग बहुत अच्छे हैं, बहुत अंडरस्टैंडिंग है, मुझे बहुत अच्छा लगता है यहाँ के लोगों से इंटरेक्ट करके। तो पहले 1.5 साल जब आप प्रयास संस्था से जुड़े नहीं थे, बच्चों को पढ़ाने नहीं आते थे, तो अचानक वहाँ कैंपस में कैसे आपको पता चला? क्योंकि हर बच्चा तो जुड़ा नहीं हुआ, कैसे पता चला आपको? वो पहले 1 साल तो हमारा ऑनलाइन था, तो इतना ज़्यादा, हाँ ठीक है जी, इतना ज़्यादा हमें कुछ पता नहीं था। लेकिन जब हम आए तो उसके बाद हमने देखना चालू किया कि कैंपस में ये सब चीज़ें भी चल रही हैं, फिर धीरे धीरे लोगों से पता चला, तो हमारा भी ऐसा मन किया कि हमें इससे जुड़ना चाहिए, बहुत अच्छा काम है, और इंटरैक्ट करना चाहिए ऐसे बच्चों से कि इनकी ज़िंदगी में क्या चल रहा है और डिफरेंस क्या है वो हमारी लाइफ में और उनकी लाइफ में। वो चीज़ें बहुत मतलब स्ट्राइक करती हैं आपको जब आप एक्चुअली देखते हो रियल लाइफ में। मम्मी पापा को पता है कि आप पढ़ाने आते हो? मेरे मम्मी पापा को बिल्कुल पता है, अब बहुत ही खुश हैं वो, उनको खुद ही प्राउड फील होता है कि मैं कुछ ऐसा कर रही हूँ और इन सब चीज़ों में मिली हुई हूँ। शुक्रिया जी, शुक्रिया, धन्यवाद। ਸੋ ਇੱਧਰ ਹੈ ਤਾਂ ਮਾੜੀ ਗੱਲ ਕਿ ਅਸੀਂ ਥੋੜੀ ਜੀ ਦਿੱਕਤ ਹੈ, पर ਅਸੀਂ ਇਹਨਾਂ ਨੂੰ रोकांगे ज़रूर। मैडम आपके 2 मिनट चाहिए जी, पढ़ाई में रोकना तो नहीं चाहिए, पर क्या करें? क्या नाम है जी आपका? सर श्रुति। श्रुति जी, आप कहाँ से हो? सर मथुरा यूपी। मथुरा यूपी से। मथुरा के पेड़े मशहूर है ना काफ़ी? हाँ जी सर। अब जब गांव जाते हो मथुरा, वापस आते हो पेड़े लेके आते हो अपने साथियों के लिए? जी। अच्छा, अब क्या पढ़ा रहे हैं उन बच्चों को?
सर अभी मैं बल वाला जो हमारा है ना प्रेशर चैप्टर 9th क्लास है ये हमारी, तो उनका प्रेशर वाला चैप्टर चल रहा है तो वो करा रही हूँ। ठीक है जी। बल वाला जो पावर होते हैं, फोर्स ठीक है। अपन एरिया। ठीक है जी। बच्चे समझते हैं, इनमें क्षमता है कि जल्दी कैच कर लेते सारी चीज़ें? कुछ में। अच्छा, शरारती भी हैं बच्चे? हाँ जी। अच्छा ठीक है जी। कितने साल हो गए आपको पढ़ाते हुए यहाँ पर? मैं हमारे एक्चुअली 3 सेंटर हैं, तो पहले अपने फर्स्ट ईयर में मैं कॉलेज के अंदर हमारा एक सेंटर चलता है, मैं वहाँ पढ़ाती थी, और 3rd ईयर के बाद मैं यहाँ आने लगी हूँ, मतलब 3rd ईयर से मैं मकसूद आने लगी हूँ। तो कितने बच्चे हैं कुल मिला के यहाँ पर? कुल मिला के हमारे बच्चे हैं लगभग मकसूदा वाले सेंटर में ही 200 बच्चे हैं, और इन टोटल हमारे बच्चे हैं कुछ तकरीबन 400 450 के आसपास। ठीक है जी। हाँ। तो हमें बहुत अच्छा लगा कि आप पंजाब में अपने कैंपस के पास अपना समय निकाल के इन बच्चों को पढ़ा रहे हो, और हमें लगता है कि अगर आप जैसे युवा लोग भारत में और होंगे, उनकी गिनती, उनकी संख्या बढ़ेगी, तो हमारा देश उन्नति करेगा, सिर्फ बातों से नहीं, क्योंकि आप प्रैक्टिकल काम कर रहे हो। जी सर। आपकी पढ़ाई कैसे चल रही है वैसे? सर सही से चलिए। यहाँ 1-2 घंटे देने से आपकी पढ़ाई में कोई विघ्न तो नहीं आता? सर इतना हम घूमते हैं, तो अगर हम कुछ समय यहाँ दे देंगे तो मेरे को नहीं लगता उसमें कुछ ऐतराज़ है। अच्छा, एक बात सच सच बताना, आपके जो आपकी सहेलियां हैं, जो आपके क्लासमेट हैं, सारे तो प्रयास से जुड़े नहीं हुए, सारे तो पढ़ाते नहीं हैं, सारे तो सोशल वर्क करते नहीं हैं, वो क्या आपको क्या कमेंट देते हैं इस काम के लिए कि ये बेकार काम है या अच्छा कर रहे हो या क्या है? सर एक्चुअली उनके हिसाब से तो मैं बहुत ही अच्छा काम कर रही हूँ, एंड उनके अपने पर्सनल इश्यूज़ हैं कि उन्हें पढ़ाना अच्छा नहीं लगता, एंड इसलिए वो इसका पार्ट नहीं है। एंड लिटरली मतलब जस्ट बिकॉज दे आर माई फ्रेंड, वो मेरे को बहुत सपोर्ट करते हैं, मतलब कभी कभी मतलब मैं कुछ भी परेशान भी हो जाती हूँ, कुछ काम होता है प्रयास में ही बहुत चीज़ें होती हैं, तो वो मेरे को सपोर्ट करते हैं, वो समझते हैं मेरे लिए प्रयास बहुत इंपॉर्टेंट है, एंड अकॉर्डिंग टू देम आई एम डूइंग वेरी वेल। अच्छा, एक बात और, आप जब आपका कैंपस कितने किलोमीटर दूर है यहाँ से, जहाँ पढ़ते हो? हमें आने में कुछ तकरीबन 15 से 20 मिनट लग जाते हैं। ऑटो से आते हो? ऑटो से, और कभी कभी कॉलेज की बस से। ठीक है जी। ऑटो वाला कितने पैसे लेता है? ऑटो वाला हमारे लगभग एक टाइम के कुछ 200 रुपये तो लग जाते हैं। आने के 200, जाने के 200, 400 हो गए। अगर 10 लोग तो बैठते नहीं होंगे उसमें, 8-10 नहीं, हाँ बैठ जाते हैं। फिर भी आपके पर 20 रुपए तो आपके इधर आने के लगते हैं ना। मैं फिर ਦੱਸਦੇ ਹਾਂ ਜੀ, ਇਹਨਾਂ ਨੂੰ ਤਨਖਾਹ ਕੋਈ ਨਹੀਂ ਮਿਲਦੀ, ਪਰ ਇਹਨਾਂ ਦੇ ਐਵਰੇਜ 20 ਤੋਂ 25 ਰੁਪਏ ਕਿਰਾਏ ਦੇ ਵੀ ਆਉਣ ਜਾਣ ਦੇ ਇਹਨਾਂ ਦੇ ਪੱਲਿਓਂ ਲੱਗਦੇ ਆ। ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਾ। ठीक है जी। सर ਤੁਹਾਡਾ ਕੀ ਨਾਮ ਆ? युगम। कौन सी कक्षा में पढ़ते हो? 9th में। कौन सा स्कूल है? देवी साय। अच्छा, यहाँ मैडम अच्छा पढ़ाते हैं? कुछ अच्छा समझ आता है? यस, समझ आती। आपका क्या नाम है जी? खुशी। खुशी कौन सी कक्षा में हो? 9th में। आज कौन सा चैप्टर पढ़ रहे हो? आज हम 10th चैप्टर पढ़ रहे हैं, साइंस का ग्रेविटेशनल फोर्स। ठीक है जी। तो यहाँ आके अच्छा लगता है? रोज आते हो यहाँ पे? हाँ जी। अच्छा पढ़ाते हैं? ठीक है जी। जब छुट्टी तो नहीं करते, कोई छुट्टी नहीं करनी है? नहीं करते। आपका क्या नाम है? सानिया। कौन सी कक्षा में हो? 9th। ठीक है जी। तो आज जो चैप्टर पढ़ाया जा रहा है अच्छे से समझ आ रहा है? ठीक है जी। मम्मी क्या करते हैं? मम्मी घर पे रहती है। डैडी क्या करते हैं? पापा वो काम करती काम करते हैं। ठीक है। क्या नाम है पापा का? नीतू पासवान। ठीक है जी। सत श्री अकाल। सत श्री अकाल जी। ਕਿਹੜੀ ਕਲਾਸ ਚੋਂ? 9th 9th ਚੋਂ। ਕਿਹੜੇ ਸਕੂਲ ਪੜ੍ਹਦੇ ਹੋ? DSSD। ਠੀਕ ਹੈ ਜੀ। ਵਧੀਆ ਲੱਗਦਾ ਇੱਥੇ ਆਉਣਾ? ਸਮਝ ਆਉਂਦਾ ਵਧੀਆ? ਜੀ ਬਹੁਤ ਵਧੀਆ ਸਮਝ ਆਉਂਦਾ। ਵਧੀਆ ਸਮਝ ਆਉਂਦੇ। ਇਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਤੁਹਾਨੂੰ ਬੜਾ ਕੰਮ ਆਊਗਾ। ਤੁਹਾਡਾ ਕੀ ਨਾਮ ਹੈ ਸਰ? रोहित कुमार। रोहित कुमार, क्या बात है, आप अच्छे से बोलते हो। कौन सा चैप्टर है आज? 10वां चैप्टर ग्रेविटेशनल फोर्स। ठीक है जी। ठीक है, थैंक यू। ओके मैडम, थैंक यू जी। एक लास्ट उधर भी आप जाके आने, क्योंकि ਵੱਖਰੀਆਂ ਵੱਖਰੀਆਂ ਕਲਾਸਾਂ ਨੇ, ਵੱਖਰੇ ਵੱਖਰੇ ਜਗ੍ਹਾ ਦੇ ਉੱਤੇ ਲੱਗੀਆਂ ਹੋਈਆਂ। ਸੋ ਇਧਰਲੇ ਪਾਸੇ ਇਹ ਬੱਚੇ ਵੀ ਜਿਹੜੇ ਆ ਉਹ ਪੜ੍ਹ ਰਹੇ ਨੇ, ਇੱਕ ਮੈਡਮ ਇਹਨਾਂ ਨੂੰ ਪੜ੍ਹਾ ਰਹੇ ਨੇ, ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਪਰ ਮੈਂ ਫਿਰ ਦੱਸਦਾ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਪੰਜਾਬ ਦੇ ਵਿੱਚ ਜੋ ਕੁਝ ਚੰਗਾ ਹੋ ਰਿਹਾ ਉਹਨਾਂ ਨੂੰ ਤੁਹਾਡੇ ਸਾਹਮਣੇ ਜਿਹੜਾ ਉਹ ਪੇਸ਼ ਕਰਨ ਦਾ। ਇਹਨਾਂ ਦੀ ਕਲਾਸ ਕਿਹੜੀ ਹੈ, ਕਿਵੇਂ ਪੜ੍ਹਦੇ ਨੇ, ਕੌਣ ਬੱਚੇ ਨੇ, ਕੌਣ ਪੜ੍ਹਾ ਰਹੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾत करते हैं। मैडम 2 मिनट चाहिए जी। क्या नाम है जी आपका? मेरा नाम रक्षा है। रक्षा जी, आप कहाँ से हो? मैं झांसी यूपी से हूँ। झांसी यूपी से हो, ठीक है जी। आपका शहर का नाम बहुत है, झांसी का। ठीक है जी। क्या पढ़ा रहे थे आज? आज तो इनको कुछ बेसिक सम ही करवा रहे थे जो कल दिए हुए थे। मैथमेटिक्स? हाँ जी। मेरे को तो नहीं आता था जी। मेरे तो अब तो बच्चों को कोई मारता नहीं है ना स्कूल में, मेरे तो फिर कभी कभी मार भी पड़ती थी। ये बच्चे कहते हैं कैसे हैं मैथमेटिक्स में? ये ठीक है, कुछ अच्छे हैं, कुछ थोड़ा अभी स्लो लर्नर। हाँ स्लो हैं। तो अभी इनकी कक्षा कौन सी है? इनकी 7वीं 7th।
आपका कौन सा ईयर है जहाँ आप पढ़ते हो? NIT थर्ड ईयर है। थर्ड ईयर है। हाँ जी। कितने साल हो गए प्रयास से जुड़े हुए? प्रयास से क्योंकि हमारा कोविड में ऑनलाइन था तो मैं सेकेंड ईयर से लगभग ऑनलाइन में जुड़ी हुई थी, फिर सेकेंड ईयर के एंड में ऑफलाइन हुआ, तब हम ऑफलाइन से जुड़े हुए हैं। रक्षा जी, एक बात मुझे बताइए कि आज तो युवाओं के पास मूवी देख लेते हैं, सहेलियों के साथ खेल लेते हैं, कैंटीन में कॉफ़ी पी लेते हैं, हॉस्टल में सो लेते हैं, फ़ोन तो है ही ना, सेल फ़ोन तो जान खाने के लिए। तो आप वो सारी चीज़ें छोड़ के इन बच्चों को पढ़ाने आ रहे हैं, ये उल्टी गंगा कैसे बहने लगी? ये कुछ नहीं, वो हमें लगता है शुरू हम आते हैं, उत्सुकता होती है कि क्या है, मतलब प्रयास क्या है, इसलिए हमने ऑनलाइन में ज्वाइन किया था। ऑफलाइन है तो ये था चलो चलते हैं क्या चीज़ है। उसके बाद ऐसे होता है आप कनेक्ट कर ही जाते हो कि हर दिन आपका मन हो ही जाता है। अगर किसी वजह से आपका हो कि नहीं आ पाए हैं या हमारे एग्ज़ाम्स होते हैं तो कभी नहीं आ पाए, उसके बाद लगता है नहीं बहुत दिन हो गए इन लोगों से किसी से मिले नहीं है, तो बस वही है। तो ये समाज सेवा अच्छी लगती है? समाज सेवा क्या मतलब हमें नहीं लगती है, वो हमें सिखाते हैं, हम उनको सिखाते हैं, वैसे। ये आपने दुरुस्त बात की है, थैंक यू। सत श्री अकाल, की हाल ने जी, ठीक हो? Yes. नाम है ਤੁਹਾਡਾ? नेहा नेहा ਕਿਹੜੀ ਕਲਾਸ ਪੜ੍ਹਦੇ ਹੋ? 7th 7th ਪੜ੍ਹਦੇ ਹੋ, ਕਿਹੜੇ ਸਕੂਲ? is DV size ਠੀਕ ਹੈ ਜੀ। ਤੁਹਾਡੇ ਪਾਪਾ ਕੀ ਕਰਦੇ ਆ? ऑटो चलाते ਆਟੋ ਚਲਾਉਂਦੇ। ਮੰਮੀ? मम्मी और कोठी ते काम करते ਠੀਕ ਹੈ ਜੀ। ਅੱਛਾ, ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਦਿਨੇ ਸਕੂਲ 'ਚ ਪੜ੍ਹਦੇ ਹੋ, ਸ਼ਾਮ ਨੂੰ ਇੱਥੇ ਆਉਂਦੇ ਹੋ, ਇੱਥੇ ਆ ਕੇ ਵਧੀਆ ਕੁਝ ਨਵਾਂ ਸਿੱਖਣ ਨੂੰ ਮਿਲਦਾ ਜਿਹੜੀਆਂ ਚੀਜ਼ਾਂ ਸਕੂਲ 'ਚ ਨਹੀਂ ਸਮਝ ਆਉਂਦੀਆਂ? यस सर, दीदी हमें अच्छे से काम सिखाते हैं। जैसे मैथ की मुझे समझ नहीं आते थे तो दीदी समझाते हैं। ठीक है जी, गुड, थैंक यू थैंक यू। क्या नाम है जी? कविता। कविता जी, कौन सी कक्षा में? 7th। ठीक है जी। दीदी अच्छा पढ़ाते हैं? हाँ जी। आज क्या पढ़ा रहे हैं? आज हमें पढ़ा रहे हैं जो बेसिक्स क्वेश्चन है वो, न्यूमिनेटर डिनोमिनेटर। रोज आते हो? हाँ जी। घर वाले रोकते तो नहीं आने से? नहीं रोकते ना? नहीं। रोज आना है फिर? हाँ, वो पढ़ने के लिए भेजते हैं। रोज पढ़ने को भेजते हैं? हाँ ठीक है जी। सर, ਤੁਹਾਡਾ ਕੀ ਨਾਮ ਆ? शुभम, कौन सी कक्षा में हो? 7th। 7th में हो। मैडम अच्छा पढ़ाते हैं? ठीक है जी। स्कूल में जो समझ नहीं आता यहाँ आके आप पूछ लेते हो फिर? अच्छा लगता है ना? ਸਾਰਿਆਂ ਨੂੰ ਵਧੀਆ ਲੱਗਦਾ ਜੀ? ਠੀਕ ਪੜਾਉਂਦੇ ਆ? ਰੋਜ਼ ਆਇਆ ਕਰੋਗੇ? ਥੈਂਕ ਯੂ। ਸੋ ਇਹ ਮੈਂ ਫਿਰ ਦੱਸ ਦਿਆਂ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੇ ਨਾਂ ਤੇ ਇਹ ਕਲੋਨੀ ਜਾਂ ਜਲੰਧਰ ਦਾ ਮੁਹੱਲਾ ਤੇ ਆਰੀਆ ਸਮਾਜ ਮੰਦਿਰ ਹੈ। ਆਰੀਆ ਸਮਾਜ ਮੰਦਿਰ ਦੇ ਸਾਰੇ ਸਾਡੇ ਕੋਲੇ ਅਹੁਦੇਦਾਰ ਨੇ। ਇਹ ਬੱਚੇ NIT ਹੈ, ਬਹੁਤ ਵੱਡਾ ਇੰਸਟੀਚਿਊਟ ਹੈ ਜਿਹਦੇ ਵਿੱਚ ਵੱਖ-ਵੱਖ ਕੋਰਸਸ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਤੁਹਾਨੂੰ ਪਹਿਲਾਂ ਬਹੁਤ ਨੰਬਰ ਲੈਣੇ ਪੈਂਦੇ ਆ, ਫਿਰ ਐਡਮਿਸ਼ਨ ਮਿਲਦਾ ਹੈ। ਇੱਥੋਂ 15 ਕਿਲੋਮੀਟਰ ਦੂਰ ਕਰਤਾਰਪੁਰ ਦੇ ਕੋਲ ਹੈ ਜਲੰਧਰ ਤੋਂ। ਇਹ ਬੱਚੇ ਪ੍ਰਯਾਸ ਨਾਂ ਦੀ ਸੰਸਥਾ ਬਣਾ ਕੇ ਸਮਾਜ ਸੇਵਾ ਕਰਨ ਦੇ ਲਈ ਛੋਟੇ ਬੱਚੇ, ਆਰਥਿਕ ਤੌਰ ਤੇ ਕਮਜ਼ੋਰ ਬੱਚੇ ਜਿਹੜੇ ਨੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਇਹ ਰੋਜ਼ ਆਉਂਦੇ ਆ। ਇਹਨਾਂ ਦੀ ਗਿਣਤੀ ਕਾਫੀ ਹੈ, ਰੋਟੇਸ਼ਨ ਵਾਈਜ਼ ਆਉਂਦੇ ਆ। 3 ਜਗ੍ਹਾ ਦੇ ਉੱਤੇ ਇਹਨਾਂ ਦੇ ਸਕੂਲ ਚੱਲ ਰਹੇ ਆ, ਪਰ ਇਹ ਵੱਖਰੇ ਵੱਖਰੇ ਥਾਂ ਤੇ ਪੜ੍ਹਾਉਂਦੇ ਸੀ। ਫਿਰ ਮੰਦਿਰ ਦੀ ਕਮੇਟੀ ਨੇ ਇਹਨਾਂ ਨੂੰ ਇਹ ਜਗ੍ਹਾ ਪ੍ਰੋਵਾਈਡ ਕੀਤੀ, ਬਹੁਤ ਸਾਰੇ ਲੋਕ ਨਾਲ ਜੁੜੇ, ਇਸ ਕਰਕੇ ਹੁਣ ਇੱਥੇ 200 ਤੋਂ ਲੈ ਕੇ 250 ਤੱਕ ਬੱਚੇ ਹੋ ਗਏ ਤੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਇਹ ਕੰਮ ਜਿਹੜਾ ਉਹ ਚੱਲਣਾ ਚਾਹੀਦਾ। ਅਸੀਂ ਚੰਗੇ ਤਰੀਕੇ ਦੇ ਨਾਲ ਇਹ ਕੰਮ ਕਰਨਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? हेलो, आई एम सुनीत भाटिया। मुझे इस मंदिर के साथ जुड़े हुए 5 साल हो गए हैं। ठीक है जी। 2018 में आए थे। इस मंदिर में ये खासियत है कि यहाँ पे मतलब कि धार्मिक कार्यक्रम यज्ञ तो रोज़ होते हैं, साथ में ये मंदिर देश की 29 सामाजिक कार्यों में भी बहुत अच्छा योगदान है। चाहे कोई कोविड काल हो, हमारे आर्य समाज के प्रधान रंजीत आर्य जी के नेतृत्व में कोरोना के काफ़ी लगे कैंप लगे, टीकाकरण किया गया, लोगों को बांटा गया, राशन बांटा गया। और यहाँ बच्चे पढ़ने आते हैं, प्रयास संस्था है, उनकी भी जो भी मदद है आर्य समाज अपनी तरफ से करता है। ਸਰ ਕੀ ਹਾਲ ਚਾਲ ਨੇ ਜੀ? ਨਮਸਕਾਰ ਬਾਟ ਸਾਹਿਬ। ਹੋਰ ਠੀਕ ਠਾਕ ਜੀ? ਬਹੁਤ ਵਧੀਆ ਜੀ। ਬਾਟ ਸਾਹਿਬ, ਤੁਹਾਡਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਅੱਜ ਸਵਾਮੀ ਦਇਆਨੰਦ ਜੀ ਦਾ ਬਹੁਤ ਦਿਵਸ ਵੀ ਆ ਤੇ ਤੁਸੀਂ ਸਾਡੇ ਇੱਥੇ ਆਏ ਹੋ। ਮਿਹਰਬਾਨੀ ਜੀ। ਹਾਂਜੀ ਹਾਂਜੀ ਹਾਂਜੀ। ਤੁਸੀਂ ਸਰ ਇਹ ਪੁੱਛਣਾ ਸੀ ਤੁਹਾਨੂੰ ਕਿ ਇਹ ਜਿਹੜੇ ਬੱਚੇ ਪੜ੍ਹਨ ਆਉਂਦੇ ਆ, ਛੋਟੇ ਬੱਚੇ, ਇਹ ਕਿਸ ਇਲਾਕੇ ਦੇ ਆ, ਕਿਸ ਆਰਥਿਕ ਹਾਲਤ ਵਾਲੇ ਬੱਚੇ ਆ? ਇਹ ਸਾਰੇ ਜਿਹੜੇ ਬੱਚੇ ਆ ਨਾ, ਇਹ ਮੋਸਟ ਪ੍ਰੋਬਬਲੀ ਹੈਗੇ ਝੌਂਪੜੀ ਵਾਲਿਆਂ ਦੇ। ਠੀਕ ਹੈ ਜੀ। ਬਹੁਤ ਜਿਹੜੇ ਮਤਲਬ ਸਲਮ ਏਰੀਆ ਦੇ ਬੱਚੇ ਹੈਗੇ ਨੇ ਤੇ ਇਹਨਾਂ ਬੱਚਿਆਂ ਵਾਸਤੇ ਇੱਕ ਪ੍ਰਯਾਸ ਪ੍ਰੋਗਰਾਮ ਚੱਲ ਰਿਹਾ ਜੀ। ਉਹਦੇ ਵਿੱਚ ਸਾਡੇ NIT ਦੇ ਜਿਹੜੇ ਬੱਚੇ ਹੈਗੇ ਨੇ ਵਲੰਟੀਅਰ ਖੁਦ ਆਉਂਦੇ ਨੇ, ਚੱਲ ਕੇ ਇਹਨਾਂ ਨੂੰ ਪੜ੍ਹਾਉਂਦੇ ਨੇ ਬਕਾਇਦਾ ਤੌਰ ਦੇ ਉੱਤੇ, ਇਹਨਾਂ ਨੂੰ ਪੂਰੀ ਤਰ੍ਹਾਂ ਗਾਈਡ ਕਰਦੇ ਨੇ ਤੇ ਪੜ੍ਹਾ ਕੇ ਇਹਨਾਂ ਨੂੰ ਮਤਲਬ ਡੇਲੀ ਲਗਭਗ 2 ਘੰਟੇ ਪੜ੍ਹਾਉਂਦੇ ਨੇ। ਠੀਕ ਹੈ ਜੀ। ਠੀਕ ਹੈ ਜੀ।
ਤੇ ਉਹਦੇ ਵਿੱਚ ਬਾਕੀ ਸਾਡੇ ਪ੍ਰਧਾਨ ਜੀ ਹੈਗੇ ਨੇ ਰਣਜੀਤ ਆਰੀਆ ਜੀ, ਉਹਨਾਂ ਦਾ ਬਹੁਤ ਯੋਗਦਾਨ ਹੈਗਾ ਇਹਦੇ ਵਿੱਚ। ਤੇ ਇੱਕ NIT ਦੇ ਹੋਰ ਹੈਗੇ ਨੇ ਕੋਆਰਡੀਨੇਟਰ ਸਾਹਿਬ ਹੈਗੇ ਨੇ, ਠੀਕ ਹੈ ਜੀ, ਉਹ ਵੀ ਪ੍ਰੋਫੈਸਰ ਸਾਹਿਬ, ਉਹ ਵੀ ਮਤਲਬ ਬਹੁਤ ਸਾਨੂੰ ਯੋਗਦਾਨ ਦਿੰਦੇ ਨੇ ਇਸ ਚੀਜ਼ ਵਿੱਚ। ਤੇ ਸਾਡੇ ਸਭ ਤੋਂ ਖੁਸ਼ੀ ਦੀ ਗੱਲ ਆ ਕਿ ਸਾਡੇ ਇੱਥੋਂ ਦੇ 14 ਬੱਚੇ ਜਵਾਹਰ ਨਵੋਦਿਆ ਵਿੱਚ ਸਿਲੈਕਟ ਹੋਏ ਨੇ। ਵੱਡੀ ਗੱਲ ਹੈ ਜੀ, ਬੜੀ ਵੱਡੀ ਗੱਲ ਆ ਜੀ। ਦੇਖੋ ਇਹਨਾਂ ਬੱਚਿਆਂ ਦਾ ਕੋਈ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਸੋਰਸ ਆਫ ਇਨਕਮ ਕੋਈ ਨਹੀਂ ਹੈਗਾ ਪੇਰੈਂਟਸ ਦਾ। ਸਭ ਤੋਂ ਵੱਡੀ ਅਚੀਵਮੈਂਟ ਦੇ ਕੇ ਜਿਹੜੇ NIT ਦੇ ਵਲੰਟੀਅਰ ਹੈਗੇ ਨੇ ਉਹ ਬੱਚਿਆਂ ਨੂੰ ਘਰੋਂ ਜਾ ਕੇ ਲੈ ਕੇ ਆਉਂਦੇ ਆ, ਖੁਦ ਕਿਰਾਇਆ ਖਰਚ ਕੇ ਆਉਂਦੇ ਉੱਥੋਂ ਆਪਣੇ NIT ਤੋਂ। ਇਹਨਾਂ ਨੂੰ ਘਰੋਂ ਇਕੱਠੇ ਕਰਕੇ ਲਿਆਉਂਦੇ ਆ, ਡਿਸਪਲਿਨ 'ਚ ਲਿਆਉਂਦੇ ਆ ਤੇ ਡਿਸਪਲਿਨ 'ਚ ਲੈ ਕੇ ਜਾਂਦੇ ਆ, ਲਾਈਨਾਂ 'ਚ ਹੀ ਜਾਂਦੇ ਆ ਜੀ। ਤੇ ਉਹ ਸਭ ਕੁਝ ਬੱਚੇ ਆਪਣੇ ਪੱਲਿਓਂ ਵੀ ਕਰਦੇ। ਬੜੀ ਖੁਸ਼ੀ ਹੁੰਦੀ ਇਸ ਚੀਜ਼ ਦੀ ਕਿ ਸਾਡਾ ਦੇਸ਼ ਇਸ ਚੀਜ਼ ਨੂੰ ਸੋਚ ਰਿਹਾ ਤੇ ਬੱਚੇ ਸੋਚ ਰਹੇ ਨੇ। ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਸਰ, ਥੈਂਕ ਯੂ ਜੀ। WhatsApp ਤੁਹਾਡੇ ਆਪਾਂ ਬੜੇ ਫੈਨ ਹੈਗੇ ਆ, ਤੁਹਾਨੂੰ ਦੇਖਦੇ ਰਹੀਦਾ। ਮਿਹਰਬਾਨੀ ਸਰ, ਓਕੇ ਸਰ, ਸ਼ੁਕਰੀਆ ਜੀ। ਤੇ ਪ੍ਰਧਾਨ ਜੀ, ਜਦੋਂ ਸ਼ੁਰੂ ਕੀਤਾ ਸੀ ਕੰਮ, ਆਮ ਤੌਰ ਦੇ ਉੱਤੇ ਵੈਸੇ ਤਾਂ ਤੁਹਾਡੀ ਕਮੇਟੀ ਸਾਰੀ ਜਦੋਂ ਚਿਹਰੇ ਦੇਖਦੇ ਆ ਕੋਆਪਰੇਟਿਵ ਬਹੁਤ ਆ, ਪੋਜ਼ਿਟਿਵ ਬਹੁਤ ਆ, ਪਰ ਕਈ ਵਾਰੀ ਇਦਾਂ ਤਾਂ ਨਹੀਂ ਹੁੰਦੀ ਯਾਰ ਵੀ ਬੱਚੇ ਆਉਣਗੇ ਪਤਾ ਨਹੀਂ ਇੱਥੇ ਕਿੱਦਾਂ ਹੋਊਗਾ, ਆਪਾਂ ਇੱਥੇ ਤਾਂ ਸਾਰਿਆਂ ਨੇ ਕੋਆਪਰੇਟ ਕੀਤਾ ਜੀ ਹੁਣ ਤੱਕ? ਬਿਲਕੁਲ ਜੀ, ਕਿਉਂਕਿ ਆਰੀਆ ਸਮਾਜ ਜਿਹੜਾ ਮੰਦਿਰ ਇੱਕ ਮੰਦਿਰ ਨਹੀਂ ਹੈ ਜੀ, ਇੱਕ ਕ੍ਰਾਂਤੀਕਾਰੀ ਸੰਸਥਾ ਹੈ ਜੀ। ਇੱਥੇ ਅਸੀਂ ਕਿਉਂਕਿ ਮਹਰਸ਼ੀ ਦੇਵ ਦਇਆਨੰਦ ਜਿਹੜੇ ਇਹਨਾਂ ਦੇ ਅੱਗੋਂ ਮਹਾਤਮਾ ਹੰਸਰਾਜ ਹੋਏ, ਸਵਾਮੀ ਸ਼ਰਧਾਨੰਦ ਹੋਏ, ਇਹਨਾਂ ਦਾ ਮਿਸ਼ਨ ਇਹੀ ਸੀ ਕਿ ਸਿੱਖਿਆ ਦੇਣੀ ਜੀ। ਸਾਨੂੰ ਜਿਹੜੇ ਕੁਰੀਤੀਆਂ ਜਿਹੜੀਆਂ ਸਾਡੇ ਸਮਾਜ ਕੁਰੀਤੀਆਂ ਬੜੀਆਂ ਸੀ, ਇਹ ਨਾਰੀ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ, ਇਹ ਸਾਰਾ ਚੀਜ਼ਾਂ ਦਾ ਜਿਹੜਾ ਸ਼੍ਰੇਅ ਹੈ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਇਆਨੰਦ ਜਾਂਦਾ। ਬੱਚਿਆਂ ਦੇ ਭਲਾਈ ਵਾਸਤੇ ਇਹਦੇ ਨਾਲ ਅਸੀਂ ਸਮਾਜਿਕ ਦੇ ਵਿੱਚ ਜਿਹੜੀ ਕੁਰੀਤੀਆਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੇ ਆਰੀਆ ਸਮਾਜ ਦਾ ਮਿਸ਼ਨ। ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ। ਮੈਂ ਇੱਕ ਵਾਰੀ ਫਿਰ ਬੱਚਿਆਂ ਨਾਲ ਗੱਲ ਕਰ ਲੈਣਾ ਜੀ। CEMBR दिसंबर। चलिए आगे दोबारा। JANUARY जनवरी। FEU नहीं BUR दोबारा बोल। FEBRRUARY वेरी गुड, फरवरी। गुड, आगे। MARCH मार्च। APRIL अप्रैल। MAY जून। जुलाई। अगस्त। सितंबर। अक्टूबर। OCTOBR अक्टूबर। NOVEMBER नवंबर। क्लैपिंग करा सभी। कोई बच्चा पोएम सुनाएगा? गायत्री मंत्र का पाठ कौन करेगा? गायत्री मंत्र ओम गुरुवा पाठ करेगा। दो लोग आ जाओ, दो बच्चे। आपको भी आते हैं? आ जाओ। बस तीन बहुत आप। भैया जी स्टार्ट। ओम भूर्भुवः स्वः
तत्सवितुर्वरेण्यं भर्गो देवस्य धीमहि यो यो न प्रचोदयात् ॐ भूर्भुवः स्वः तत्सवितुर्वरेण्यं भर्गो देवस्य धीमहि यो यो न प्रचोदयात्। बच्चे पोइम कौन सुनाएगा? बस आ हाथ जाओ ऊपर करना है। आ जाओ हाँ बच्चे आप आओ। आ जाओ आ जाओ आ जा मेरा पुੱਤ आ जाओ गुड। की नाम है ਤੁਹਾਡਾ? हाँ? क्या नाम है? अंकित। ठीक है जी सुनाइए। मेरा नाम अंकित है। ऊपर पंखा चलता है, नीचे में भी सोता है, सत्ते सत्ते भूख लगी, खल्ले बेटा मूंगफली, मूंगफली में दाना नहीं, हम तुम्हारे मामा नहीं, मामा गए दिल्ली, हंसला तो बिल्ली, बिल्ली ने मारा पंजा, मामा हो गया गंजा। अब वो सुनो, स्कूल हमारा मंदिर है। स्कूल स्कूल हमारा मंदिर है, टीचर हमारे गुरु है, पढ़ना हमारा काम है, अंकित मेरा नाम है। और कौन सुनाएगा? एक अलग पोइम सुनानी है बच्चे, नई पोइम आ जाओ। हाँ जी बैठ जाओ प्लीज़ प्लीज़। आ जा मेरा पुੱਤ आ जाओ। हाँ जी मेरा नाम मनीषा है। छोटी सी मुन्नी, लाल गुलाबी चुन्नी, पीले वाले सूट पे, चमचमा के बूट पे, फर्स्ट में पढ़ती हूँ, सबको टाटा करती हूँ। मेरा नाम स्वीटी है, झंडा 3 रंगा है, भारत की ये गंगा है, धरती पे लहराती हूँ, बादल में फैलाती हूँ। शुक्रिया शुक्रिया जी। 10th क्लास की ओर चलें जी? ठीक है जी आ जाओ जी 10th क्लास। सत श्री अकाल जी। नमस्ते जी नमस्ते जी। सर क्या हाल चाल है जी? बढ़िया सर। क्या नाम है जी आपका? हेमंत खत्री। कहाँ से जी आप? मैं पटियाला पंजाब तो। ਉਹ ਤੇਰੀ ਪੰਜਾਬੀ ਆਪਾਂ ਪੰਜਾਬੀ ਚ ਗੱਲ ਕਰੀਏ ਫਿਰ ਠੀਕ ਹੈ ਜੀ। ਪਰ ਮੈਨੂੰ ਇੰਨੀ ਚੰਗੀ ਤਰ੍ਹਾਂ ਬੋਲਣੀ ਨਹੀਂ ਆਉਂਦੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਬੋਲਣੀ ਆਉਂਦੀ ਹੈ। ਅੱਛਾ ਜੀ ਤੁਸੀਂ ਮੈਨੂੰ ਇਹ ਦੱਸਿਓ ਕਿ ਕਿਹੜੀ ਕਲਾਸ ਹੈ ਜੀ ਇਹ? ਇਹ 10th ਕਲਾਸ 10th ਕਲਾਸ ਹੈ ਤੇ ਤੁਸੀਂ ਪਟਿਆਲੇ ਵਾਲੇ ਹੋ, ਕਦੋਂ ਆਏ ਪੜ੍ਹਨ ਐਨਆਈਟੀ ਜਲੰਧਰ ਚ? NIT ਜਲੰਧਰ 2022 ਚ। ਅੱਛਾ ਪਿਛਲੇ ਸਾਲ ਹੀ ਆਏ ਹੋ? ਹਾਂਜੀ ਸੈਕੰਡ ਸਮੈਸਟਰ? ਸੈਕੰਡ ਈਅਰ। ਠੀਕ ਹੈ ਜੀ। ਕੀ ਪੜ੍ਹਦੇ ਹੋ ਜੀ ਤੁਸੀਂ ਉੱਥੇ ਆ? ਮੈਂ ਟੈਕਸਟਾਈਲ ਇੰਜੀਨੀਅਰਿੰਗ। ਟੈਕਸਟਾਈਲ ਇੰਜੀਨੀਅਰਿੰਗ ਠੀਕ ਹੈ। ਹਾਂਜੀ ਇਹ ਕੋਰਸ ਕਿਉਂ ਚੂਜ਼ ਕੀਤਾ ਤੁਸੀਂ? ਕੁਝ ਫੈਮਿਲੀ ਬੈਕਗ੍ਰਾਉਂਡ ਵੀ ਟੈਕਸਟਾਈਲ ਰਿਲੇਟਡ ਹੈ ਤੇ ਮੈਂ ਸੋਚਿਆ ਫਿਰ ਅੱਗੇ ਬਿਜ਼ਨਸ ਵੀ ਇਨਕਰੀਜ਼ ਹੋ ਜਾਏਗਾ ਟੈਕਸਟਾਈਲ ਦੇ ਨਾਲ, ਔਰ ਰੈਂਕ ਵੀ ਇਸ ਹਿਸਾਬ ਨਾਲ ਵੀ ਕਾਲਜ ਮਿਲ ਗਿਆ। ਐਡਮਿਸ਼ਨ ਲੈਣਾ ਕਿੰਨਾ ਕੁ ਔਖਾ ਹੁੰਦਾ? ਐਡਮਿਸ਼ਨ ਲੈਣਾ ਤਾਂ ਔਖਾ ਹੀ ਹੁੰਦਾ ਕਿਉਂਕਿ JEE ਮੀਨਸ ਅੱਗੇ ਬੈਰੀਅਰ ਹੈ। ਠੀਕ ਹੈ ਜੀ। ਅੱਛਾ ਮੈਨੂੰ ਇਹ ਦੱਸਿਓ ਕਿ ਕਦੋਂ ਜੁੜੇ ਸੀ ਇਸ ਸੰਸਥਾ ਦੇ ਨਾਲ? ਕਾਲਜ ਦਾ ਫਸਟ ਈਅਰ ਤਾਂ ਆਨਲਾਈਨ ਗਿਆ ਸੀ, ਸੈਕੰਡ ਈਅਰ ਆਏ ਤਾਂ ਬਹੁਤ ਸਾਰੇ ਕਲੱਬਸ ਸੀ ਤਾਂ ਸੋਚ ਰਹੇ ਸੀ ਕੋਈ ਨਾ ਕੋਈ ਤਾਂ ਕਲੱਬ ਜੁਆਇਨ ਕਰਾਂਗੇ ਤਾਂ ਮੈंने 2-3 ਕਲੱਬਸ ਵੀ ਕੀਤੇ ਸੀ ਜਿਵੇਂ ਫੈਸ਼ਨ ਡਿਜ਼ਾਈਨਿੰਗ ਸੀ, TCA TTA ਔਰ ਵੀ ਮਾਡਲਿੰਗ ਵਾਲੇ ਕਾਫੀ ਕਲੱਬ ਸੀਗੇ ਤੇ ਇੱਕ ਪ੍ਰਯਾਸ ਨਾਲ ਵੀ ਜੁੜਿਆ ਸੀ ਮੈਂ ਤੇ ਸਾਰੇ ਕਲੱਬ ਛੱਡਤੇ ਸਿਰਫ ਪ੍ਰਯਾਸ ਇੱਕ ਇਹੋ ਜਿਹਾ ਕਲੱਬ ਹੈ ਕਿ ਇੱਥੇ ਆ ਕੇ ਜ਼ਿਆਦਾ ਅੱਛਾ ਫੀਲ ਹੁੰਦਾ ਹੈ ਔਰ ਬੱਚਿਆਂ ਨਾਲ ਇੰਟਰੈਕਸ਼ਨ ਕਰਕੇ ਬਹੁਤ ਅੱਛਾ ਲੱਗਦਾ। ਹਫਤੇ 'ਚ ਕਿੰਨੇ ਦਿਨ ਬੱਚਿਆਂ ਨੂੰ ਪੜ੍ਹਾਉਂਦੇ ਹੋ? ਹਫਤੇ 'ਚ 7 ਦਿਨ ਅਸੀਂ ਬੱਚਿਆਂ ਨੂੰ ਪੜ੍ਹਾਉਣ ਆਉਂਦੇ। 7 ਦਿਨ? ਹਾਂਜੀ। ਤਾਂ ਜਦੋਂ ਪ੍ਰਯਾਸ ਦੇ ਨਾਲ ਜੁੜੇ ਸੀ ਘਰੇ ਮੰਮੀ ਪਾਪਾ ਨੂੰ ਟੈਲੀਫੋਨ ਕਰਕੇ ਦੱਸਿਆ ਹੋਊਗਾ ਕਿ ਮੈਂ ਇਦਾਂ ਕਰਿਆ ਕਰਨਾ ਤੇ ਉਹਨਾਂ ਦਾ ਕੀ ਰਿਐਕਸ਼ਨ ਸੀ? ਉਹਨਾਂ ਦਾ ਰਿਐਕਸ਼ਨ ਇਹ ਸੀ ਕਿ ਆਪਣੀ ਪੜ੍ਹਾਈ ਵੱਲ ਵੀ ਥੋੜ੍ਹਾ ਧਿਆਨ ਰੱਖਣਾ ਕਿਉਂਕਿ ਅਸੀਂ 5:30 ਵਜੇ ਕਲਾਸਾਂ ਖਤਮ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਅਸੀਂ ਇੱਥੇ ਆ ਜਾਂਦੇ ਹਾਂ। ਸ਼ੁਰੂ ਕਿੰਨੇ ਵਜੇ ਹੁੰਦੀਆਂ? 8:30 ਵੀ ਹੁੰਦੀ ਹੈ, ਕਦੇ ਕਦੇ 9:30 ਵੀ ਹੁੰਦੀ ਹੈ। 5:30 ਤੱਕ ਚੱਲਦੀਆਂ? ਹਾਂ ਵੀ ਵਿੱਚ 'ਚ ਥੋੜ੍ਹਾ ਬਹੁਤਾ ਗੈਪ ਹੁੰਦਾ ਬਟ ਜ਼ਿਆਦਾ ਗੈਪ ਨਹੀਂ ਹੁੰਦਾ। ਤੇ ਉਸੇ ਵੇਲੇ ਇੱਧਰ ਨੂੰ ਆ ਜਾਂਦੇ ਹੋ? ਨਹੀਂ ਉਸੇ ਵੇਲੇ ਨਹੀਂ, 5:30 ਤੋਂ ਬਾਅਦ ਅਸੀਂ ਇੱਥੇ ਆਉਂਦੇ। ਹਾਂਜੀ ਫਿਰ ਇੱਥੇ ਵੀ 7:30 8 ਵੱਜ ਜਾਂਦੇ, ਫਿਰ ਉਸ ਤੋਂ ਬਾਅਦ ਜਾ ਕੇ ਪੜ੍ਹਦੇ ਹਾਂ ਅਸੀਂ। ਅੱਛਾ ਹੁਣ ਜਾ ਕੇ ਵੀ ਪੜ੍ਹਨਾ? ਹਾਂਜੀ ਉਸ ਤੋਂ ਬਾਅਦ ਅਸੀਂ ਆਪਣਾ ਸਿਲੇਬਸ ਦੇਖਾਂਗੇ। ਇਹ ਬਹੁਤ ਕਮਾਲ ਦੀ ਗੱਲ ਹੈ ਜੀ। ਤੁਸੀਂ ਇਹ ਦੇਖੋ ਕਿ ਸਵੇਰੇ 8:30 ਵਜੇ ਜਾਣੀ ਮੰਨ ਲਓ ਕਿ 7 ਵਜੇ ਉੱਠਦੇ ਨੇ
ਨਹਾਉਣਾ ਵੀ ਹੈ, ਬ੍ਰੇਕਫਾਸਟ ਵੀ ਕਰਨਾ ਹੈ, ਫਿਰ ਕਲਾਸ ਦੇ ਵਿੱਚ 8:30 ਵਜੇ ਪਹੁੰਚਣਾ, ਵਿੱਚ ਚਲੋ 1-2 ਕਲਾਸਾਂ ਖਾਲੀ ਵੀ ਹੋਣਗੀਆਂ, 5:30 ਤੱਕ ਕਲਾਸਾਂ ਦੇ ਵਿੱਚ ਹੋਣਾ, ਉਹਦੇ ਤੋਂ ਬਾਅਦ ਜਾ ਕੇ ਚੇਂਜ ਕਰਕੇ ਜਾਂ ਇੱਥੇ ਆ ਜਾਣਾ, 8:30 ਵਜੇ ਵਾਪਸ ਪਹੁੰਚਦੇ ਆ, ਫਿਰ ਜਾ ਕੇ ਆਪਣਾ ਵੀ ਪੜ੍ਹਨਾ ਹੈ, ਇਕੱਲਾ ਬੱਚਿਆਂ ਨੂੰ ਨਹੀਂ ਪੜ੍ਹਾਉਣਾ, ਜਾਣੀ ਕਿ ਸਾਰਾ ਕੰਮ ਟਾਈਟ ਜਿਹਾ ਰਹਿੰਦਾ। ਮੰਮੀ ਪਾਪਾ ਹੁਣ ਖੁਸ਼ ਨੇ? ਮੰਮੀ ਪਾਪਾ ਤਾਂ ਖੁਸ਼ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੀ ਡਿਵੈਲਪਮੈਂਟ ਕਰਨ ਆਏ, ਬੱਚਿਆਂ ਦੇ ਨਾਲ ਇੰਟਰੈਕਸ਼ਨ ਕਰਕੇ ਸਾਨੂੰ ਇਹ ਵੀ ਪਤਾ ਲੱਗਦਾ ਹੈ, ਮਤਲਬ ਸਾਡੀ ਵੀ ਡਿਵੈਲਪਮੈਂਟ ਹੋ ਰਹੀ ਹੈ ਨਾਲ ਦੇ ਨਾਲ। ਅਸੀਂ ਟਾਈਮ ਮੈਨੇਜਮੈਂਟ ਕਰਨਾ ਵੀ ਸਿੱਖ ਗਏ, ਕਿਉਂਕਿ ਕਾਲਜ ਆਉਂਦੇ ਸੀ 5:30 ਤੋਂ ਬਾਅਦ ਅਸੀਂ ਬਿਲਕੁਲ ਨਹੀਂ ਪੜ੍ਹਦੇ ਸੀ, ਬੈਠੇ ਰਹਿੰਦੇ। ਇੱਥੇ ਆ ਕੇ ਅਸੀਂ ਪੁਰਾਣਾ ਸਿਲੇਬਸ ਵੀ ਰਿਵਾਈਜ਼ ਕਰ ਪਾਉਂਦੇ ਹਾਂ, ਨਾਲ ਦੇ ਨਾਲ ਇਹਨਾਂ ਦਾ ਵੀ ਡਿਵੈਲਪਮੈਂਟ ਹੁੰਦਾ। ਕੀ ਪੜ੍ਹਾ ਰਹੇ ਹੋ ਅੱਜ? ਅੱਜ ਮੈਂ 13 ਚੈਪਟਰ ਸ਼ੁਰੂ ਕੀਤਾ ਸੀ ਮੈਥ ਦਾ, ਮੈਥਮੈਟਿਕਸ ਦਾ। ਉਹਦੇ ਵਿੱਚ ਕੀ ਹੈ ਜੀ? ਸਰਫੇਸ ਏਰੀਆ ਐਂਡ ਵੋਲਿਊਮ, ਮਤਲਬ ਕਿਊਬ ਦਾ ਸਰਫੇਸ ਏਰੀਆ, ਅਲੱਗ-ਅਲੱਗ ਚੀਜ਼ਾਂ ਦਾ ਸਰਫੇਸ ਏਰੀਆ ਕਿਵੇਂ ਨਿਕਾਲਦੇ ਆ, ਠੀਕ ਹੈ ਜੀ, ਉਸ ਹਿਸਾਬ ਨਾਲ। ਤੇ ਇਹ 10ਵੀਂ ਦੇ ਬੱਚੇ ਨੇ ਨਾ, ਤਾਂ ਕਿਵੇਂ ਦੇ ਬੱਚੇ ਨੇ? ਕਿਉਂਕਿ ਮੈਨੂੰ ਐਂ ਲੱਗਦਾ ਹੁੰਦਾ ਕਿ ਸਾਡੇ ਪੰਜਾਬ ਦੇ ਜਾਂ ਭਾਰਤ ਦੇ ਜਿਹੜੇ ਸਧਾਰਨ ਕੈਟਾਗਰੀ ਦੇ ਬੱਚੇ ਇੰਟੈਲੀਜੈਂਟ ਬਹੁਤ ਨੇ, ਬਸ ਉਹਨਾਂ ਨੂੰ ਚੰਗਾ ਤੁਹਾਡੇ ਵਰਗਾ ਟੀਚਰ ਮਿਲ ਜਾਏ, ਚੰਗਾ ਮਾਹੌਲ ਮਿਲ ਜਾਏ, ਤਾਂ ਫਿਰ ਆਪਣੇ ਆਪ ਉੱਪਰ ਚਲੇ ਜਾਂਦੇ। ਇੰਟੈਲੀਜੈਂਟ ਨੇ ਬੱਚੇ ਤਾਂ ਇੰਟੈਲੀਜੈਂਟ ਹੈ, ਬਸ ਇਹਨਾਂ ਨੂੰ ਥੋੜਾ ਅੱਗੇ ਔਰ ਅੱਛੀ ਡਿਵੈਲਪਮੈਂਟ ਦੀ ਜ਼ਰੂਰਤ ਹੈ। ਠੀਕ ਹੈ, ਮੈਂ ਬੱਚਿਆਂ ਨਾਲ ਥੋੜੀ ਜਿਹੀ ਹਾਂਜੀ। ਕੀ ਹਾਲ ਨੇ ਜੀ ਤੁਹਾਡੇ? ਠੀਕ ਹੈ ਜੀ। ਕੀ ਨਾਮ ਤੁਹਾਡਾ? ਉਜਵਲ। ਕਿਹੜੀ ਕਲਾਸ ਪੜ੍ਹਦੇ ਹੋ? 10th ਕਲਾਸ। ਆ ਜਰਾ ਦਿਖਾਓ, ਇਧਰ ਆ ਕੈਮਰਾ ਮਾਰੋ ਜੀ, ਇਧਰਲੇ ਪਾਸੇ ਦੇਖੀਏ ਕੀ ਬਣਾਇਆ ਇਹਨਾਂ ਨੇ। ਠੀਕ ਹੈ ਜੀ, ਇਹ ਕੀ ਬਣਾਇਆ ਤੁਸੀਂ? ਗਨਾਬ। ਇਹ ਠੀਕ ਹੈ, ਸਮਝ ਆ ਗਈ? ਹਾਂਜੀ। ਸਰ ਚੰਗਾ ਪੜਾਉਂਦੇ ਆ? ਹਾਂਜੀ। ਜੇ ਦੁਬਾਰਾ ਪੁੱਛ ਲਓ ਤਾਂ ਦੱਸ ਵੀ ਦਿੰਦੇ, ਕੁਝ ਚੀਜ਼ ਸਮਝ ਨਾ ਆਵੇ? बता देते हैं। ठीक है जी। ਤੁਹਾਡਾ ਕੀ ਨਾਮ? करण जी। ਅੱਛਾ, ਕਿਹੜੀ ਕਲਾਸ ਪੜ੍ਹਦੇ ਹੋ? 10वीं। ਪਾਪਾ ਕੀ ਕਰਦੇ ਤੁਹਾਡੇ? फैक्ट्री च काम ਫੈਕਟਰੀ 'ਚ ਕੰਮ ਕਰਦੇ। ਮੰਮੀ? मम्मी ਕਰਦੇ ਆ। हाँ जी। ਕੀ ਰੋਟੀ ਪਕਾਈ ਸੀ ਅੱਜ ਸਵੇਰੇ? ਕਾਹਦੇ ਨਾਲ ਖਾ ਕੇ ਆਏ ਰੋਟੀ ਅੱਜ? चावल ते सब्जी। ਕਿਹੜੀ ਸਬਜ਼ੀ? आलू मटर। ਆਲੂ ਮਟਰ। ਠੀਕ ਹੈ, ਉਦਾਂ ਹੀ ਕਹਤਾ ਆਲੂ ਮਟਰ। ਹਾਂ, ਉਹ ਵੀ ਬਣੀ ਸੀ। ਠੀਕ ਹੈ। ਤੁਹਾਡਾ ਕੀ ਨਾਮ ਜੀ? सुनील। ਸੁਨੀਲ। ਠੀਕ ਹੈ। ਇਹ ਮੈਥਮੈਟਿਕਸ ਦੀ ਕਿਤਾਬ ਆ ਤੁਹਾਡੀ ਆ? ਪੈਨ ਨਾਲ ਨਹੀਂ ਲੀਕਾਂ ਮਾਰਨੀਆਂ, ਪੈਨਸਲ ਨਾਲ ਮਾਰਨੀਆਂ। ਚੱਲ ਕੋਈ ਨਹੀਂ। ਅੱਛਾ, ਪਾਪਾ ਕੀ ਕਰਦੇ ਆ? रेड़ा चलाते हैं। ਰੇੜਾ ਚਲਾਉਂਦੇ ਆ। ਠੀਕ। ਕਿੰਨੇ ਵਜੇ ਆਉਂਦੇ ਘਰ ਵਾਪਸ? 2 बजे तक आ जाते हैं। ਦੁਪਹਿਰੇ 2 ਵਜੇ ਤੱਕ। हाँ। ਸਵੇਰੇ ਕਿੰਨੇ ਵਜੇ ਜਾਂਦੇ ਆ? सवेरे 8 बजे। 8 ਵਜੇ ਜਾਂਦੇ ਆ। ਠੀਕ ਹੈ। ਤਾਂ ਮੈਥਮੈਟਿਕਸ ਦੇ ਵਿੱਚ ਕਿੱਦਾਂ, ਤੁਸੀਂ ਵਧੀਆ ਹੋ ਕਿ ਕਮਜ਼ੋਰ ਹੋ ਕਿ ਠੀਕ ਠਾਕ ਹੋ? ठीक ठाक है। ਠੀਕ ਠਾਕ ਜੀ ਹੈ। ਤੇ ਸਰ ਚੰਗਾ ਪੜਾਉਂਦੇ ਆ? हाँ बहुत अच्छा। ਕਦੇ ਪੁੱਛਿਆ ਦੁਬਾਰਾ ਇਹਨਾਂ ਨੂੰ ਕੁਝ ਕਿ ਮੈਨੂੰ ਸਮਝ ਨਹੀਂ ਆਇਆ? हाँ डाउट होता है तो पूछते हैं। ਪੁੱਛਦੇ ਆ। ਠੀਕ ਹੈ। ਸਰ ਤੁਹਾਡਾ ਕੀ ਨਾਮ ਜੀ? सर दिलवर। ਤੁਹਾਡੀ ਘੜੀ ਸੋਹਣੀ ਆ। यस सर। ਦਿਲਵਰ ਜੀ, ਤੇ ਅੱਜ ਕੀ ਪੜਾਇਆ ਸਰ ਨੇ? सर का नाम 13वां चैप्टर था। ਰੋਜ਼ ਆਉਂਦੇ ਹੋ? हाँ जी। ਛੁੱਟੀਆਂ ਕਿੰਨੀਆਂ ਕਰਦੇ ਆ? छुट्टियाँ बस कदे कदे संडे ਨੂੰ बस। ਕਿਉਂ? बस कदे कदे वो काम पर। ਕੰਮ ਪੜ ਜਾਂਦੇ। हाँ जी लोड पर। ਤੁਹਾਡਾ ਕੀ ਨਾਮ ਜੀ? आदि। ਤੁਸੀਂ ਸਾਰੇ ਇੱਕੋ ਸਕੂਲ ਪੜ੍ਹਦੇ ਹੋ? सारे। ਇੱਕੋ बॉयज अलग है एंड गर्ल्स अलग। ਠੀਕ ਹੈ ਜੀ। ਤੁਹਾਡੇ ਦੋਸਤ ਹੀ ਆ ਸਾਰੇ? सारे दोस्त। ਸ਼ਰਾਰਤੀ ਤਾਂ ਨਹੀਂ ਕੋਈ ਇਹਨਾਂ ਚੋਂ? बहुत। ਠੀਕ ਹੈ। ਗੁੱਡੀ, ਤੁਹਾਡਾ ਕੀ ਨਾਮ ਹੈ? पूजा। ਪੂਜਾ, ਕਿਹੜੀ ਕਲਾਸ ਚੋਂ? 10th। ਕਿਹੜੇ ਸਕੂਲ ਚ ਪੜ੍ਹਦੇ ਹੋ? DSSD गर्ल्स सीनियर सेकेंडरी स्कूल। ਠੀਕ ਹੈ ਜੀ। ਇਹ ਸਾਰਾ ਤੁਸੀਂ ਅੱਜ ਬਣਾਇਆ ਇੱਥੇ ਆ ਕੇ? हाँ जी। ਆ ਵੀ ਤੁਸੀਂ ਅੱਜ ਬਣਾਇਆ? हाँ, नहीं ये तो ਅੱਛਾ, कल ਠੀਕ ਹੈ ਜੀ। पढ़ाया सी तो ਆਹ आज ਅੱਜ ਬਣਾਇਆ। ਆ ਦਿਖਾਓ ਜੀ। ਆ ਕੈਮਰੇ ਦੇ ਵਿੱਚ ਚੰਗੇ ਤਰੀਕੇ ਦਿਖਾ ਦਿਓ। ਇਹ ਅੱਜ ਪਟਿਆਲੇ ਵਾਲੇ ਮਾਸਟਰ ਜੀ ਪੜ੍ਹਾ ਰਹੇ ਨੇ ਇਹਨਾਂ ਨੂੰ। ਠੀਕ ਹੈ। ਸਰ ਦਾ ਨਾਮ ਕੀ ਆ? हेमंत सर। ਠੀਕ ਨੇ? बहुत बढ़िया। ਕਦੇ ਪੁੱਛਿਆ ਡਾਊਟ ਹੋਵੇ ਤਾਂ? जरूर। ਕਦੋਂ ਪੁੱਛਿਆ ਸੀ ਆਖਰੀ ਵਾਰੀ? आखिरी बारी कल ओम प्रकाश भैया ने पढ़ाया था तो उनसे हमने पूछा था आज। ਇਨਸੇ आज हेमंत भैया ने पढ़ाया। ਤੁਹਾਡਾ ਕੀ ਨਾਮ ਜੀ? सरंजू। ਅੱਛਾ, ਤੁਸੀਂ ਇਹਨਾਂ ਦੇ ਸਕੂਲ 'ਚ ਪੜ੍ਹਦੇ ਹੋ? हाँ जी। ਇੱਕੋ ਬੈਂਚ ਤੇ ਬੈਠਦੇ ਹੋ? नहीं हमारा सेक्शन अलग मेरा अलग। ਅੱਛਾ, ਅਲੱਗ-ਅਲੱਗ ਸੈਕਸ਼ਨ ਹੈ। ਠੀਕ ਹੈ। ਆ ਸਾਰਾ ਅੱਜ ਬਣਾਇਆ? हाँ जी। ਠੀਕ ਹੈ ਜੀ। ਸਮਝ ਆ ਜਾਂਦਾ? हाँ जी। ਜੇ ਇੱਥੇ ਨਾ ਆਉਂਦੇ ਤਾਂ ਫਿਰ ਬਹੁਤ ਸਾਰੇ ਡਾਊਟ ਸ਼ਾਇਦ ਕਲੀਅਰ ਨਾ ਹੁੰਦੇ ਨਾ? नहीं ਜੋ ਜੇ ਕਲਾਸ 'ਚ ਇੱਥੇ ਨਾ ਆਉਂਦੇ ਫਿਰ ਕਿੱਥੋਂ ਡਾਊਟ ਕਲੀਅਰ ਕਰਨੇ ਸੀ? घर पे सिस्टर्स हैं जिन्होंने कॉलेज की हुई है। भटक के। ठीक है। पापा क्या करते हैं? पापा फोरमैन है। ठीक है जी। मम्मी? मम्मी हाउसवाइफ। ठीक है जी। आप रोटी पका लेते हो कभी कभी? आती है थोड़ी बहुत। थोड़ी बहुत। ज़्यादा सीखनी है, अगली बार मैंने पूछना है फिर। ठीक है। हाँ जी। ओके सर, शुक्रिया जी, बहुत चंगा लगा तुहानू मिल के। मेहरबानी, शुक्रिया जी। सो ओके जी, ओके जी। हाँ, फिर आवांगे। ठीक है जी। ਸੋ ਇਹ 10ਵੀਂ ਕਲਾਸ ਜਿਹੜੀ ਹੈ ਅੰਦਰ ਲੱਗੀ ਹੋਈ ਸੀ। ਸੋ NIT ਦੇ ਬੱਚੇ ਨੇ ਪ੍ਰਯਾਸ ਨਾਂ ਦੀ ਸੰਸਥਾ ਬਣਾ ਕੇ ਲਗਾਤਾਰ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਆ। ਮੰਦਰ ਵਾਲਿਆਂ ਨੇ ਥਾਂ ਦਿੱਤੀ ਹੈ, ਪਰ ਜੇ ਇਸ ਤਰੀਕੇ ਦੇ ਬੱਚੇ ਸਾਨੂੰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਹੋਰ ਮਿਲਣਗੇ ਤਾਂ ਮੈਨੂੰ ਲੱਗਦਾ ਸਾਰਾ ਮਾਹੌਲ ਠੀਕ ਹੋਊਗਾ। ਨਹੀਂ ਤਾਂ ਗੈਂਗਸਟਰ ਕਲਚਰ, ਨਸ਼ੇ, ਸ਼ੋ ਆਫ ਜਿਹੜਾ ਇਸ ਵੇਲੇ ਹੋ ਰਿਹਾ ਹੈ। ਕਲਾਸ ਹੋਰ ਵੀ ਹੈ? ਚਲੀਏ ਫਿਰ। ਲਓ ਜੀ, ਕਲਾਸ ਹੋਰ ਵੀ ਆ। ਮੈਨੂੰ ਤਾਂ ਲੱਗਦਾ ਹੈ ਕਿ ਮੁੱਕ ਗਿਆ ਮੇਰਾ ਕੰਮ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਥੋੜ੍ਹਾ ਜਿਹਾ ਬਚਿਆ ਜਾ ਸਕਦਾ
ਕਿਉਂਕਿ ਜੇ ਨੌਜਵਾਨ ਸ਼ਕਤੀ ਨੂੰ ਇੱਧਰ ਲਾਇਆ ਜਾਵੇ ਬਹੁਤ ਸਾਰੀਆਂ ਹੋਰ ਚੀਜ਼ਾਂ ਪ੍ਰਮੋਟ ਹੋ ਜਾਂਦੀਆਂ, ਪਰ ਇਹ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਰਹਿ ਜਾਂਦੀਆਂ। ਸੋ ਇੱਕ ਕਲਾਸ ਹੋਰ ਹੈ ਜੀ ਉਧਰਲੇ ਪਾਸੇ ਦੇ। ਸਤਿ ਸ਼੍ਰੀ ਅਕਾਲ ਜੀ। लो जी, सो इतने बच्चे, ये कौन सी क्लास है जी? ये 12th की है, ये JNV की तैयारी करवाते हैं इनमें। ओ क्या बात है। सत श्री अकाल जी, की हाल चाल ने जी, ठीक हो? हाँ जी सर, वधिया। मैं तो पहले ही पूछ लिया सी रोपड़ तो, मैनूं चेता अजे तक। हाँ जी सर। ये बच्चे की पढ़ रहे हैं जी? सर ये क्लास 6th है। इन्हां चारां नूं मैथ्स पढ़ा रही हाँ, पैरीमीटर एंड एरिया। और इस बच्ची का पेपर है परसों नूं ते ये साइंस पढ़ रही है। अच्छा, इन्हां नूं मैथ पढ़ा रहे हो, इनू साइंस पढ़ा रहे हो। ਇਹਦਾ पेपर क्यों सेंटर च क्यों आ गया पेपर? नहीं नहीं, इनके स्कूल अलग अलग है ना, तो स्कूल वाइज है, तो उहदे स्कूल च पेपर चल रहे हैं। ਇਹ ਜਦੋਂ ਤੁਸੀਂ 5 ਬੱਚਿਆਂ ਨੂੰ ਪੜਾਉਂਦੇ ਹੋ, ਕੱਲੇ ਤੇ ਨਜ਼ਰ ਰੱਖਦੇ ਹੋ, ਤੁਹਾਨੂੰ ਲੱਗਦਾ ਕਿ ਤੁਹਾਡੀ ਵੀ ਡਿਵੈਲਪਮੈਂਟ ਹੋ ਰਹੀ ਹੈ ਬੱਚਿਆਂ ਦੇ ਨਾਲ, ਉਹਨਾਂ ਦੀਆਂ ਸਮੱਸਿਆਵਾਂ ਜਾਣ ਕੇ? हाँ जी, साडी डेवलपमेंट हो रही है, तां ही असीं आ रहे हैं। पहली गल ते कि सानू एक तो पहली गल पेशेंस वध रही है और मल्टीटास्किंग आ रही है कि एक टाइम ते ज़्यादा बच्चों नू ध्यान दे रहे हैं असीं। और भी काफ़ी वधिया, मतलब बच्चों नाल गल करके भी वधिया लगता और पढ़ा के भी वधिया लगता। चैप्टर किहड़ा सी जी इन्हां लई चारां लई? पैरीमीटर एंड एरिया। समझ आ रही है ਤੁਹਾਨੂੰ ਸਾਰਿਆਂ ਦਾ ਇੱਕੋ ਸਕੂਲ ਆ? ਨਹੀਂ, ਵੱਖਰੇ ਵੱਖਰੇ ਸਕੂਲ ਹੈ। ਸ਼ੁਕਰੀਆ ਜੀ। ਤੁਹਾਡਾ ਨਾਮ ਕੀ? प्रियंका सैनी। ठीक है, शुक्रिया जी, मेहरबानी जी। सो इधरले पासे भी कुछ बच्चे बैठे हैं, उन्होंने भी देख लेने। सर की हाल ने जी, ठीक हो जी? की नाम ਤੁਹਾਡਾ? नितिज्ञ। अच्छा नितिज्ञ, कहाँ से हो आप पहले बताइए? मैं राजस्थान कोटा के पास का रहने वाला हूँ, गाँव का एक। आपके कोटा में तो वैसे ही बहुत कोचिंग सेंटर ही बहुत है ना, आप तो वैसे ही पढ़ाई में सक्षम होंगे वैसे भी ना। तो ये कौन से बच्चे हैं जी, क्या पढ़ रहे हैं? ये 11th क्लास में अभी मैथ्स पढ़ा रहा हूँ मैं इनको। 11th क्लास का? ठीक है। आप मैथमेटिक्स में बहुत अच्छे हो? हाँ, मतलब पढ़े ही है। अच्छा नहीं हो मैथ में? ठीक है जी। क्या पढ़ रहे हैं बच्चे? चैप्टर कौन सा है? ये अभी लिमिट्स पढ़ रहे हैं। लिमिट्स पढ़ रहे हैं। हाँ। ठीक है जी। तो ये एक ही स्कूल के हैं कि अलग अलग स्कूलों के हैं? ये अलग अलग स्कूल, मतलब स्कूल की ब्रांच एक ही है लेकिन स्कूल अलग अलग है इनका। ठीक है जी। सर की हाल ने? ਵਧੀਆ ਵਧੀਆ ਵਧੀਆ। ਅੱਜ ਮੈਥ ਪੜ੍ਹ ਰਹੇ ਆ। मैथ का किहड़ा चैप्टर? मैथ ਦਾ 13 ਚੈप्टर लिमिट एंड डेरिवेशन आ। ठीक है जी। समझ आ रही है? ਹਾਂਜੀ ਹਾਂਜੀ ਬਹੁਤ ਵਧੀਆ। ਤੁਹਾਡਾ ਨਾਮ ਕੀ ਹੈ ਜੀ? सर गौरव। हाँ, समझ आ रही है? यस सर। चंगा लगदा? हाँ जी सर। रोज आने हो? हाँ जी। रोज आने हो पढ़न? यस सर। ठीक है जी। मैडम सत श्री अकाल जी। ठीक है जी। ਤੁਹਾਡਾ ਕੀ ਹਾਲ ਹੈ ਜੀ? समझ आ रही है? हाँ जी। ਕਿਹੜਾ ਚੈप्टर पढ़ रहे हो आज? लिमिट्स एंड डेरिवेटिव्स। ठीक है, शुक्रिया। ओके सर, थैंक यू जी, थैंक यू जी। सत श्री अकाल जी, क्या हाल चाल है जी? बढ़िया। आपका क्या नाम है जी? इशिता महेश्वरी। कहाँ से हो आप? मैं कासगंज उत्तर प्रदेश से हूँ। ठीक है जी। उत्तर प्रदेश से हैं जी। कौन सी कक्षा है जी? ये 4th और 3rd मिक्स है। मिक्स है। तीसरी तो चौथी दोनों? तीसरी में कौन कौन है? चौथी में कौन कौन है? ठीक है जी। अच्छा मैडम, दोनों को मिक्स क्या पढ़ा रहे हो आज आप? आज मैथ्स में फ्रैक्शन पढ़ा रहे हैं। फ्रैक्शन पढ़ा रहे हो? हाँ जी। अगर मैथ में ये बच्चे अच्छे हो गए ना तो कहीं ना कहीं पहुंच जाएंगे, जैसे आप NIT में पहुंच गए हो। तो आप क्या पढ़ रहे हो NIT में? मैं इलेक्ट्रिकल इंजीनियरिंग पढ़ रही हूँ। तो आपका तो अपना ही बोझ बहुत होगा पढ़ाई का, आप 2 घंटे कैसे निकालते हो? निकाल लेते, कहीं ना कहीं तो एडजस्ट करना ही पड़ता है। हाँ, तो कहीं फ़ोन का टाइम, कहीं घूमने का टाइम कम कर देते हैं। बहुत कम ऐसी उदाहरण मिलती है कि युवा जो हैं आप जैसे समाज सेवा में लगे हुए हैं, नहीं तो कहीं और ही लगे हुए हैं युवा तो आजकल। तो कैसे इधर आना हुआ? जी, मेरा तो ये है कि मेरे को बच्चे बहुत पसंद है, और सिर्फ बात पसंद की नहीं है, बात ये है कि मुझे प्रयास मतलब एक देने का नेचर होता है ना, तो मुझे कहीं ना कहीं कुछ तो देना था, किसी को तो देना था। तो मेरे को ऐसा लगा कि जो मेरे पास विद्या है, ज्ञान है, वो मेरे पास अपना कमाया हुआ है, तो मैं वो दे सकती हूँ। मतलब विद्या को देने में कोई घाटा नहीं है, जितना बांटोगे उतना बढ़ेगा। शुक्रिया जी, थैंक यू। मैडम अच्छा पढ़ाते हैं? क्या पढ़ रहे हो आज? वेरी गुड। कल फिर आओगे? शुक्रिया, बाय। सर की हाल ने? क्या हाल है जी? बैठिए जी। क्या बच्चा क्या पढ़ रहा है जी आज आपसे?
8th क्लास है इसकी। बोर्ड आने वाला है, तो जो भी इसके डाउट बचे हैं अच्छा उनको ही मैंने बोला है, क्योंकि हफ्ते भर बाद बोर्ड है, तो बाकी बच्चों को मैंने बोल रखा है कि जैसे पढ़ना अगर किसी को भी डाउट हो, एक हफ्ते बाद एग्ज़ाम है, तो कुछ भी पूछना तो आपसे पूछ लें। हाँ वो उसके लिए, क्योंकि इसके बोर्ड है, तो मैं 8th क्लास को पढ़ा था, तो 8-10 बच्चे थे, अभी कम इसलिए हैं क्योंकि हफ्ते भर बाद में बोर्ड, तो मैंने बोल रखा कि खुद से तैयारी करो, अभी तो हो गया, टाइम आ गया। इसको क्या डाउट था आज? इसको ये 11th चैप्टर में थोड़ा कन्फ्यूजन था, थोड़ा भूल गया था, पहले जो पढ़ रखा था वो। ठीक है, एरिया रिलेटेड चीज़ें। थैंक यू जी, थैंक यू वेरी मच। ਲਓ ਜੀ, ਸੋ ਇਧਰ ਦੀ ਲੰਘ ਜਾਂਦੇ ਆਪਾਂ। ਹਾਂਜੀ, ਥੈਂਕ ਯੂ ਮੈਡਮ। ਸੋ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਦਿੰਦਾ, ਪ੍ਰੋਗਰਾਮ ਆਪਾਂ ਸਮਾਪਤੀ ਵਾਲੇ ਪਾਸੇ ਵਧਾ ਰਹੇ ਹਾਂ। ਆਰੀਆ ਸਮਾਜ ਮੰਦਿਰ ਹੈ ਸ਼ਹੀਦ ਭਗਤ ਸਿੰਘ ਕਲੋਨੀ ਜਲੰਧਰ ਦੇ ਵਿੱਚ। ਆਰੀਆ ਸਮਾਜ ਮੰਦਿਰ ਦੇ ਪ੍ਰਬੰਧਕਾਂ ਦਾ ਧੰਨਵਾਦ ਕਿ ਉਹਨਾਂ ਨੇ NIT ਦੇ ਬੱਚਿਆਂ ਨੂੰ ਇਹ ਪਲੇਟਫਾਰਮ ਦਿੱਤਾ, ਤੇ NIT ਦੇ ਬੱਚੇ ਜਾਣੀ ਤੁਸੀਂ ਹੈਰਾਨ ਹੋ ਜਾਓਗੇ ਜਿੰਨੇ ਵੀ ਬੱਚਿਆਂ ਦੇ ਨਾਲ ਤੁਸੀਂ ਗੱਲ ਕੀਤੀ ਹੈ, ਚਾਹੇ ਉਹ ਪਟਿਆਲੇ ਦੇ ਆ, ਚਾਹੇ ਉਹ ਰੋਪੜ ਦੇ ਆ, ਚਾਹੇ ਉਹ ਰਾਜਸਥਾਨ ਦੇ ਆ, ਚਾਹੇ ਉਹ UP ਦੇ ਆ, ਚਾਹੇ ਕਿਸੇ ਹੋਰ ਸੂਬੇ ਦੇ, ਕਿ ਸਵੇਰੇ 8:30 ਤੋਂ 5:30 ਤੱਕ ਕਲਾਸਾਂ ਲਾ ਕੇ ਫਿਰ 2 ਘੰਟੇ ਇਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਆ। ਸਭ ਤੋਂ ਵੱਧ ਮੈਥਮੈਟਿਕਸ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ, ਸਾਇੰਸ ਪੜ੍ਹਾਈ ਜਾ ਰਹੀ ਹੈ, ਇੰਗਲਿਸ਼ ਪੜ੍ਹਾਈ ਜਾ ਰਹੀ ਹੈ, ਭਾਸ਼ਾਵਾਂ ਦਾ ਗਿਆਨ ਦਿੱਤਾ ਜਾ ਰਿਹਾ। ਤੇ ਜਿਨ੍ਹਾਂ ਬੱਚਿਆਂ ਨੂੰ NIT ਦੇ ਸਟੂਡੈਂਟਸ ਤੋਂ ਪੜ੍ਹਨ ਦਾ ਮੌਕਾ ਮਿਲ ਗਿਆ, ਤੇ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਓ ਕਿ ਗੱਲ ਕਿੱਧਰ ਜਾਊ। ਸੋ ਜਿਹੜੇ ਵੀ ਬੰਦੇ ਨੂੰ ਨਿਰਾਸ਼ਾ ਹੈ, ਜਿਹੜਾ ਵੀ ਬੰਦਾ ਇਹ ਸੋਚਦਾ ਕਿ ਭਾਈ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੁਝ ਵੀ ਚੰਗਾ ਨਹੀਂ ਹੋ ਰਿਹਾ ਹੈ, ਅਸੀਂ ਕਈ ਵਾਰੀ ਪੰਜਾਬ ਹਰਿਆਣੇ ਦੇ ਝਗੜੇ ਛੁੰਨੇ ਆ, ਕਈ ਵਾਰੀ ਧਰਮਾਂ ਦੇ ਝਗੜੇ ਛੁੰਨੇ ਆ, ਨਹੀਂ, ਅਸੀਂ ਸਮਾਜ ਦੇ ਵਿੱਚ ਆ। ਜੇ ਕੁਝ ਸਾਨੂੰ ਸਿੱਖਣ ਦਾ ਮੌਕਾ ਮਿਲਿਆ, ਸਾਨੂੰ ਕੁਝ ਆਉਂਦਾ, ਤੇ ਸਾਨੂੰ ਦੂਸਰਿਆਂ ਨੂੰ ਦੇਣਾ ਚਾਹੀਦਾ। ਇਹਨਾਂ ਨੌਜਵਾਨਾਂ ਨੂੰ ਮਿਲ ਕੇ, ਇਹਨਾਂ ਵਿਦਿਆਰਥੀਆਂ ਨੂੰ ਮਿਲ ਕੇ, ਇਹਨਾਂ ਦਾ ਕੰਮ ਦੇਖ ਕੇ ਮੈਨੂੰ ਤਾਂ ਖੁਸ਼ੀ ਬਹੁਤ ਹੋਈ ਹੈ, ਮੈਨੂੰ ਉਮੀਦ ਬੱਝੀ ਹੈ। ਵੈਸੇ ਮੈਂ ਹਮੇਸ਼ਾ ਆਸ਼ਾਵਾਦੀ ਰਹਿਣਾ ਕਿ ਭਾਈ ਸਮਾਜ ਵਧੀਆ ਹੋਊਗਾ, ਚੰਗਾ ਹੋਊਗਾ। ਸਾਰੇ ਮਾੜੇ ਨਹੀਂ, ਸਾਰੇ ਚੰਗੇ ਨਹੀਂ, ਪਰ ਚੰਗਿਆਂ ਨੂੰ ਸਾਨੂੰ ਮੀਡੀਆ ਨੂੰ ਉੱਪਰ ਲਿਆਉਣਾ ਪਊਗਾ। ਜੇ ਤੁਹਾਨੂੰ ਵੀ ਕੰਮ ਚੰਗਾ ਲੱਗਿਆ ਤੇ ਤੁਸੀਂ ਸਹੀ ਪੰਜਾਬੀ ਭਾਸ਼ਾ ਦੇ ਵਿੱਚ ਆਪਣੀਆਂ ਟਿੱਪਣੀਆਂ ਲਿਖ ਸਕਦੇ ਹੋ। ਸੋ ਇੱਥੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।